सगले विस्तारे। अनेक तपस्या करे अहंकार, नरक स्वर्ग फिर अवतार। अनेक जतन कर आत्म नहीं द्रवै, हर दर्ग है कहो कैसे गवै। आपस कहो जो भला कहावै, तिसहे भलाई निकट न आवै। सर्ब की रेन जाका मन होए, कहो नानक ताकि निर्मल सोए। सर्ब की रेन जाका मन होए, कहो नानक ताकि निर्मल सोए। धर्म दे मार्ग ते जदों कोई भी आदमी चलदा है, ओनू कोशिश कर्म करन वास्ते किया जांदा है। क्योंकि बाहरी कर्म अपने ठीक होणगे, अंदरूनी यात्रा सुखैन ढंग दे नाल सही दिशा वल होवेगी। क्योंकि बाहरों आपां ज्यादा जुड़े होए हाँ, बाहर ही आपां विचर रहे हाँ, बाहर ही देख रहे हाँ, बाहर ही सुन रहे हाँ। बाहर तो आपां बहुत प्रभावित हुंदे। मनुख तकरीबन ज्यादातर बाहरों ही प्रभावित हो रहा है, अंदर दा ते आपां किसे नूं पता ही नहीं कि किसे दे अंदर की चल रहा है, आपां नहीं देख सकते। बाहरों देख के ही आपां प्रभावित होंदे, बंदे दा कर्म देख के, बंदे दा आचरण देख के आपां क्या फल आउंदे हां ते प्रभावित होंदे। ते बाहरों देख देख के भी आपां बदल जांदे। कहते न जो जैसी संगत करे तैसो ही फल खा। संगत दी रंगत चढ़ जाती। जे कोई जुआरियां कोल बैठदा रवे किन्ना भी संकल्प पक्का होवे, लगातार बैठदा ही रवे, उन्हां दी संगत करदा रवे, एक दिन उन्हें भी खेडना शुरू कर देना। संगत दा असर, क्योंकि आपां बाहरे तल ते ही जी रहे हाँ, इस करके असर हुंदा। ਜਿਹੜਾ ਬਾਹਰੇ ਤਲ ਤੇ नहीं जींदा ਉਹਨੂੰ नहीं असर ਹੁੰਦਾ। ਉਹਨੂੰ ਤੁਸੀਂ ਲੱਖ ਵੀ ਵਿਚਾਰ ਦੇ ਵਿੱਚ ਵੀ ਖੜਾ ਕਰ ਦਿਓ ਤਾਂ ਵੀ ਉਹਨੂੰ ਦਾਗ ਨਹੀਂ ਲੱਗਦਾ। ਕਬੀਰ ਜੀ ਕਹਿੰਦੇ ਨੇ ਬਾਸਨ ਕਾਰੋ ਪਰਸੀਏ ਤਾਉ ਕਿਛ ਲਾਗੇ ਦਾਗ। ਉਹ ਬਾਹਰੀ ਜੋ ਵਿਅਕਤੀ ਜੀ ਰਿਹਾ ਹੈ ਉਹਦੇ ਵੱਲ ਇਸ਼ਾਰਾ ਕਰਦੇ ਹਨ। ਤੂੰ ਕਾਲਖ ਦੇ ਕੋਲ ਗਿਆ ਤੇ ਕਾਲਖ ਲੱਗ ਜਾਣ, ਮਾੜਾ ਜਿਹਾ ਵੀ ਸਪਰਸ਼ ਕੀਤਾ ਤੇ ਲੱਗ ਜਾਣ। ਤੇ ਬਾਹਰੀ ਤਲ ਤੇ ਹੀ ਆਪਣਾ ਜੀਵਨ ਚੱਲ ਰਿਹਾ। ਚੰਗਾ ਦੇਖ ਕੇ ਆਪਾਂ ਪ੍ਰਭਾਵਿਤ ਹੋਣੇ, ਕਿਸੇ ਦੀ ਸ਼ੋਭਾ, ਕਿਸੇ ਦੀ ਵਡਿਆਈ, ਫੁੱਲਾਂ ਦੇ ਹਾਰ ਗਲ 'ਚ ਪੈਂਦੇ, ਆਪਣਾ ਦਿਲ ਕਰਦਾ ਮੈਂ ਵੀ ਏਦਾਂ ਦਾ ਹੋਵਾਂ। ਅੰਦਰ ਦਾ ਤੇ ਆਪਾਂ ਨੂੰ ਪਤਾ ਨਹੀਂ ਵੀ ਕਿੰਨਾ ਕੁ ਆਦਮੀ ਦੁਖੀ ਹੋਵੇਗਾ।
दुनिया च मान वड्याई लैण वास्ते बहुत कष्ट सहना पैंदा, तां मिलदी, उदां नहीं मिलदी। ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਮਾਣ ਵਡਿਆਈ ਪਾਉਣ ਦੀ ਖਾਤਰ ਉਹਨੇ ਕਿੰਨਾ ਸੰਘਰਸ਼ ਕੀਤਾ, ਇਹਦਾ ਦੇ ਬਾਰੇ ਤੇ ਨਹੀਂ ਆਪਾਂ ਨੂੰ ਪਤਾ। ਰਾਤ ਰਾਤ ਭਰ ਉਹ ਜਾਗੇ ਨਹੀਂ, ਕਿੰਨੀਆਂ ਨੀਂਦਾਂ ਨੂੰ ਗਵਾਇਆ, ਕਿੰਨੀਆਂ ਪਰੇਸ਼ਾਨੀਆਂ ਉਠਾਈ। ਆਪਣਾ ਦਿਲ ਕਰਦਾ ਆਹਾ ਮੇਰੇ ਵੀ ਹਾਰ ਪੈਣ ਗਲ ਦੇ ਵਿੱਚ, ਬਾਹਰੋਂ ਪ੍ਰਭਾਵਿਤ ਹੋਏ, ਆਕਾਂਸ਼ਾ ਪੈਦਾ ਹੋਈ। ਤੇ ਆਦਮੀ ਬਾਹਰ ਦੇ ਤਲ ਤੇ ਹੀ ਜੀ ਰਿਹਾ ਹੈ, ਤੇ ਜਦੋਂ ਧਾਰਮਿਕ ਯਾਤਰਾ ਸ਼ੁਰੂ ਹੋਣੀ ਹੈ ਤੇ ਉਹ ਵੀ ਬਾਹਰੀ ਤਲ ਤੇ ਹੀ ਕਿਹਾ ਜਾਂਦਾ ਹੈ। ਪਹਿਲੇ ਪਹਿਲ ਸੰਕੇਤਿਕ ਵੀ ਯਾਤਰਾ ਬਾਹਰੋਂ ਹੀ ਸ਼ੁਰੂ ਹੋਣੀ, ਅੰਦਰ ਨੂੰ ਆਪਾਂ ਜਾਵਾਂਗੇ। ਧਰਮ ਦੀ ਯਾਤਰਾ ਬਾਹਰੋਂ ਅੰਦਰ ਵੱਲ ਨੂੰ ਹੈ। ਸੰਸਾਰ ਦੀ ਯਾਤਰਾ ਤੇ ਬਾਹਰ ਹੀ ਬਾਹਰ ਹੈ, ਦੂਰ ਹੀ ਦੂਰ। ਧਰਮ ਦੀ ਬਾਹਰ ਤੋਂ ਅੰਦਰ ਵੱਲ। ਤੇ ਧਾਰਮਿਕ ਮਾਰਗ ਤੇ ਜਦੋਂ ਕੋਈ ਵੀ ਜਗਿਆਸੂ ਕਦਮ ਰੱਖਦਾ ਉਦੋਂ ਉਹਨੂੰ ਦੱਸਿਆ ਜਾਂਦਾ ਵੀ ਆਹ ਕਰਮ ਕਰਨੇ ਚੰਗੇ ਹਨ, ਆਹ ਕਰਮ ਤੂੰ ਛੱਡ ਦੇ। ਉਹ ਸ਼ੁਰੂਆਤੀ ਹੈ। ਇਸ ਕਰਮ ਦੇ ਨਾਲ ਤੇਰਾ ਵਿਕਾਸ ਹੋਊਗਾ, ਮਨ ਸ਼ਾਂਤ ਹੋਊ, ਟਿਕਾ ਬਣੂ ਤੇ ਪ੍ਰਮਾਤਮਾ ਵੱਲ ਨੂੰ ਯਾਤਰਾ ਹੋ। ਆਹ ਕਰਮ ਤੂੰ ਛੱਡੇਗਾ ਤਾਂ ਤੇਰੀ ਯਾਤਰਾ ਸੁਗਮ ਹੋ ਸਕਦੀ ਹੈ, ਨਹੀਂ ਤੇ ਨਹੀਂ ਹੋਣੀ। ਉਹਨਾਂ ਨੂੰ ਹੀ ਪਾਪ ਕਿਹਾ ਗਿਆ। ਪਾਪ ਦਾ ਮਤਲਬ ਹੋਰ ਨਹੀਂ ਹੈ ਕੋਈ, ਪ੍ਰਮਾਤਮਾ ਤੋਂ ਜਿਹੜਾ ਦੂਰ ਜਾ ਰਿਹਾ ਹੈ ਕੋਈ ਵੀ ਕਰਮ ਕਰਕੇ, ਉਹ ਹੀ ਪਾਪ ਹੈ। ਪ੍ਰਮਾਤਮਾ ਤੋਂ ਦੂਰ ਜਾਣਾ ਹੀ ਪਾਪ ਹੈ, ਪ੍ਰਮਾਤਮਾ ਦੇ ਨੇੜੇ ਜਾਣਾ ਹੀ ਪੁੰਨ ਹੈ। ਇਹਦੇ ਵਿੱਚ ਕਰਮ ਬਹੁਤ ਪ੍ਰਕਾਰ ਦੇ ਹਨ, ਬਹੁਤ ਧਰਮ ਦੇ ਕਰਮ ਆਪਸ ਵਿਰੋਧੀ ਵੀ ਹਨ। ਇੱਕ ਧਾਰਮਿਕ ਜਗਤ ਦੇ ਵਿੱਚ ਧਰਮ ਕਹਿ ਰਿਹਾ ਵੀ ਕਰਮ ਕਰੋ, ਦੂਸਰਾ ਕਹਿ ਰਿਹਾ ਨਾ ਕਰੋ, ਪਾਪ ਹੈ। ਇੱਕ ਉਹਨੂੰ ਪੁੰਨ ਸਮਝ ਰਿਹਾ, ਦੂਸਰਾ ਪਾਪ ਸਮਝ ਰਿਹਾ। ਇਹਦਾ ਇਹ ਮਤਲਬ ਨਹੀਂ ਹੈ ਵੀ ਸਾਰਿਆਂ ਵਾਸਤੇ ਇੱਕ ਕਰਮ ਪੁੰਨ ਹੋ ਸਕਦਾ ਤੇ ਸਾਰਿਆਂ ਵਾਸਤੇ ਪਾਪ ਹੋ ਸਕਦਾ, ਨਹੀਂ। ਮਨੋਦਸ਼ਾ ਤੇ ਡਿਪੈਂਡ ਕਰਦਾ, ਮਾਨਸਿਕ ਅਵਸਥਾ ਤੇ ਡਿਪੈਂਡ ਕਰਦਾ ਹੈ ਪੁੰਨ ਪਾਪ। ਕਰਮ ਨਹੀਂ ਹੈ ਪੁੰਨ ਪਾਪ, ਕਰਮ ਕੋਈ ਵੀ ਪੁੰਨ ਪਾਪ ਨਹੀਂ। ਆਦਮੀ ਕਿਸ ਕਾਰਨ ਕਰ ਰਿਹਾ ਹੈ ਉਹਦਾ ਕਰਕੇ ਹੀ ਆਪਾਂ ਦੇਖ ਸਕਦੇ ਹਾਂ ਪੁੰਨੀ ਹੈ ਕਿ ਪਾਪੀ। ਇੱਕ ਆਦਮੀ ਚੋਰੀ ਕਰਦਾ, ਆਪਾਂ ਕਹਿੰਦੇ ਚੋਰੀ ਮਾੜੀ, ਪਾਪ। ਕਿਸੇ ਦੀ ਚੀਜ਼ ਚੁਰਾਉਣੀ, ਚੋਰੀ ਕਰਨੀ। ਅਗਰ ਇੱਕ ਆਦਮੀ ਚੋਰੀ ਕਰਕੇ ਹੋਰ ਦੂਸਰੇ ਦਾ ਭਲਾ ਕਰ ਰਿਹਾ ਹੋਵੇ, ਕੋਈ ਹਸਪੀਟਲ 'ਚ ਪਿਆ ਹੋਵੇ, ਉਹਦੇ ਇਲਾਜ ਵਾਸਤੇ ਪੈਸੇ ਚੋਰੀ ਕਰਕੇ ਲੈ ਜਾਵੇ, ਉਹ ਪੁੰਨ ਹੈ ਕਿ ਪਾਪ ਹੈ? ਜਿਵੇਂ ਬਿਧੀ ਚੰਦ ਨੇ ਘੋੜੇ ਚੋਰੀ ਕੀਤੇ, ਉਹ ਪੁੰਨ ਹੈ ਕਿ ਪਾਪ ਹੈ? ਦੁਸਾਲੇ ਚੋਰੀ ਕੀਤੇ, ਪੁੰਨ ਹੈ ਕਿ ਪਾਪ ਹੈ? ਆਪ ਭੇਜਿਆ। ਇਹ ਪੁੰਨ ਪਾਪ ਦੀ ਜਿਹੜੀ ਪਰਿਭਾਸ਼ਾ ਹੈ ਮਾਨਸਿਕ ਦਸ਼ਾ ਤੇ ਹੈ, ਕਰਮ ਪੁੰਨ ਪਾਪ ਨਹੀਂ ਹੈ। ਮਨ ਕੈਸਾ ਹੈ ਆਦਮੀ ਦਾ, ਮਨ ਕਰਕੇ ਕੀ ਕੁਝ ਕਰ ਰਿਹਾ। ਜੇ ਚੋਰੀ ਵੀ ਉਹ ਇਸ ਢੰਗ ਨਾਲ ਕਰ ਰਿਹਾ ਵੀ ਕਿਸੇ ਦਾ ਭਲਾ ਕਰ ਰਿਹਾ, ਉਹਦੇ ਵਿੱਚ ਆਪਣਾ ਕੋਈ ਵੀ ਹਿੱਤ ਨਹੀਂ ਹੈ, ਤੇ ਜਿਹਦਾ ਭਲਾ ਕਰ ਰਿਹਾ ਉਹਦੇ ਨਾਲ ਵੀ ਕੋਈ ਮੋਹ ਮਮਤਾ ਨਹੀਂ ਹੈ, ਸਿਰਫ ਭਲੇ ਵਾਸਤੇ ਹੀ ਭਲਾ ਹੋ ਰਿਹਾ, ਉਹ ਵੀ ਪੁੰਨ ਬਣ ਜਾਂਦੀ। ਹੱਤਿਆ ਵੀ ਪੁੰਨ ਬਣ ਸਕਦੀ। ਕਹਿੰਦੇ ਹਨ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਤਲਵਾਰ ਹੱਥ ਦੇ ਵਿੱਚ ਰੱਖਣੀ। ਰਸਤੇ 'ਚ ਲੁਟੇਰੇ ਆ ਜਾਂਦੇ ਹਨ, ਬਦਮਾਸ਼ ਆਉਂਦੇ, ਉਹ ਇਸਤਰੀ ਤੇ ਹਮਲਾ ਕਰਦੇ। ਇਸਤਰੀ ਦੀ ਇੱਜ਼ਤ ਬਚਾਉਣ ਵਾਸਤੇ ਕਿਸੇ ਨੂੰ ਮਾਰਨਾ ਵੀ ਪਵੇ ਤੇ ਪਾਪ ਨਹੀਂ। ਉਹ ਮਾਰਨਾ ਪਾਪ ਹੈ ਕਿ ਪੁੰਨ ਹੈ? ਤੇ ਉਹ ਵੀ ਬੰਦੇ ਜਿਨ੍ਹਾਂ ਨੂੰ ਮਾਰ ਰਹੇ ਤੁਸੀਂ। ਨਹੀਂ, ਮਾਨਸਿਕ ਦਸ਼ਾ ਤੇ ਡਿਪੈਂਡ ਕਰਦਾ ਹੈ।
ਆਪਾਂ ਆਪਣੇ ਸਵਾਰਥ ਵਾਸਤੇ ਮਾਰ ਰਹੇ ਹਾਂ, ਆਪਣੀ ਕਾਮਨਾ ਵਾਸਤੇ ਮਾਰ ਰਹੇ ਹਾਂ, ਹੰਕਾਰ ਵਾਸਤੇ ਮਾਰਦੇ ਹਾਂ, ਤਾਂ ਉਹ ਪਾਪ ਹੁੰਦਾ ਹੈ। ਕਿਸੇ ਦੇ ਭਲੇ ਵਾਸਤੇ ਕੋਈ ਤਲਵਾਰ ਚੱਕਦਾ ਹੈ, ਉਹ ਪਾਪ ਨਹੀਂ ਹੈ। ਇਸ ਕਰਕੇ ਤਲਵਾਰ ਚੱਕੀ ਹੈ ਗੁਰੂ ਗੋਬਿੰਦ ਸਿੰਘ ਨੇ। ਹੁਣ ਤਲਵਾਰ ਚੱਕ ਕੇ ਲੜਨਾ, ਮਾਰਨਾ, ਤਲਵਾਰ ਕਰਦੀ ਵੀ ਕੀ ਹੈ? ਤਲਵਾਰ ਨੇ ਮਾਰਨਾ ਹੀ। ਕਹਿੰਦੇ ਮੁਹੰਮਦ ਸਾਹਿਬ ਨੇ ਆਪਣੇ ਤਲਵਾਰ ਦੇ ਉੱਤੇ ਲਿਖਿਆ ਸੀ ਇਸਲਾਮ, ਸ਼ਾਂਤੀ। ਇਸਲਾਮ ਦਾ ਅਰਥ ਵੀ ਸ਼ਾਂਤੀ ਹੁੰਦਾ। ਤਲਵਾਰ ਤੇ ਸ਼ਾਂਤੀ ਲਿਖਿਆ ਸੀ ਕਿ ਭਲੇ ਵਾਸਤੇ ਚੱਕ ਰਿਹਾ, ਤਾਂ ਪੁੰਨ ਹੈ ਕਿ ਪਾਪ? ਤੇ ਬਾਹਰੋਂ ਆਪਾਂ ਕੁਛ ਵੀ ਦੇਖ ਕੇ ਕਹਿ ਨਹੀਂ ਸਕਦੇ ਵੀ ਪੁੰਨ ਕਰ ਰਿਹਾ ਕਿ ਪਾਪ ਕਰਦਾ ਹੈ। ਆਪਣੇ ਸਾਰੇ ਕਿਆਫੇ ਜ਼ਿਆਦਾਤਰ ਗਲਤ ਹੁੰਦੇ। ਕਈ ਪ੍ਰੇਮੀ ਕਹਿ ਦਿੰਦੇ ਫਲਾਨਾ ਬਹੁਤ ਮਾੜਾ ਕਰਮ ਕਰਦਾ, ਫਲਾਣੇ ਨੇ ਬਹੁਤ ਮਾੜਾ ਕੰਮ ਕੀਤਾ, ਪਾਪ ਉਹ ਪਾਪੀ ਹੋਣਾ ਚਾਹੀਦਾ। ਅੰਦਰੋਂ ਤੇ ਆਪਾਂ ਦੇਖਦੇ ਨਹੀਂ, ਕਰਮ ਹੀ ਦੇਖ ਰਹੇ ਹਾਂ, ਤੇ ਕਰਮਾਂ ਦੇ ਆਧਾਰ ਤੇ ਆਪਾਂ ਕਿਸੇ ਨੂੰ ਪਾਪੀ ਠਹਿਰਾ ਦਿੰਦੇ, ਕਿਸੇ ਨੂੰ। ਉਹ ਵੀ ਆਪਣੀ ਸਭਿਅਤਾ ਦੇ ਮੁਤਾਬਕ ਆਪਾਂ ਸੋਚਦੇ। ਇਹਨਾਂ ਖਿਆਲ ਰੱਖਿਓ, ਸਾਰੀਆਂ ਸਭਿਅਤਾਵਾਂ ਵੱਖਰੀਆਂ ਹਨ। ਜਿਹੜੀ ਆਪਣੀ ਸਭਿਅਤਾ ਦੇ ਵਿੱਚ ਪਾਪ ਹੈ, ਉਹ ਦੂਸਰੇ ਦੀ ਸਭਿਅਤਾ ਵਿੱਚ ਪੁੰਨ ਵੀ ਹੋ ਸਕਦਾ। ਸਭਿਅਤਾ ਦੇ ਮੁਤਾਬਕ ਆਪਾਂ ਸੋਚਦੇ, ਉਠੇ ਢੰਗ ਨਹੀਂ ਆਪਣੀ ਸੋਚ ਚੱਲਦੀ, ਉਤੋਂ ਵਿਪਰੀਤ ਨਹੀਂ ਚੱਲ ਸਕਦੀ। ਹੁਣ ਜੂਆ ਖੇਡਣਾ ਪਾਪ ਹੈ, ਆਪਾਂ ਕਹਿੰਦੇ ਨਾ ਪਾਪ ਹੈ ਜੂਆ ਖੇਡਣਾ। ਤੇ ਪਾਂਡਵਾਂ ਨੇ ਕੀ ਕੀਤਾ? ਜੂਆ ਖੇਡਿਆ। ਯੁਧਿਸ਼ਟਰ ਨੇ ਜੂਆ ਖੇਡਿਆ, ਆਪਣੀ ਪਤਨੀ ਵੀ, ਇਸਤਰੀ ਵੀ ਦਾਅ ਤੇ ਲਾ ਦਿੱਤੀ। ਉਹਨੂੰ ਆਪਾਂ ਧਰਮ ਰਾਜਾ ਕਹਿੰਦੇ, ਹਿੰਦੂ ਹਾਲੇ ਤੱਕ ਧਰਮ ਰਾਜਾ ਕਹਿੰਦੇ ਨੇ। ਆਪਣੀ ਇਸਤਰੀ ਵੀ ਵੇਚ ਦਿੱਤੀ, ਦਾਅ ਤੇ ਲਾ ਦਿੱਤੀ, ਉਹ ਧਰਮ ਰਾਜਾ ਹੈ। ਉਸ ਸਮੇਂ ਉਹ ਸਭਿਅਤਾ ਦੇ ਵਿੱਚ ਜੂਆ ਖੇਡਣਾ ਪਾਪ ਨਹੀਂ ਸੀ। ਜ਼ਿਆਦਾਤਰ ਲੋਕ, ਅਮੀਰ ਲੋਕ, ਰਾਜੇ ਲੋਕ ਜੂਆ ਖੇਡਦੇ ਸੀ। ਇਹ ਵੀ ਇੱਕ ਧਰਮ ਦਾ ਅੰਗ ਸੀ, ਪਾਪ ਨਹੀਂ ਸੀ। ਪਾਪ ਨਹੀਂ ਸੀ ਤੇ ਪਾਪ ਹੈ ਨਹੀਂ ਸੀ। ਹੁਣ ਆਪਾਂ ਇਸਤਰੀ ਨੂੰ ਦਾਅ ਤੇ ਲਾ ਕੇ ਦੇਖੇ ਕੋਈ ਨਹੀਂ। ਹੁਣ ਉਹ ਸਭਿਅਤਾ ਦੇ ਮੁਤਾਬਕ ਹੋ ਨਹੀਂ ਸਕਦਾ ਕਰਮ, ਉਹ ਗਈ ਸਭਿਅਤਾ। ਇਸਤਰੀ ਕੋਈ ਵਸਤੂ ਨਹੀਂ ਹੈ ਆਪਾਂ ਦਾਅ ਤੇ ਲਾ ਦੀ। ਇਸਤਰੀ ਕੋਈ ਸੰਪਦਾ ਨਹੀਂ ਹੈ। ਪਹਿਲੇ ਸਮਿਆਂ 'ਚ ਇਸਤਰੀ ਨੂੰ ਵਸਤੂ ਸਮਝਿਆ ਜਾਂਦਾ ਸੀ, ਤੇ ਲੋਕ ਬਾਜ਼ਾਰਾਂ ਦੇ ਵਿੱਚ ਇਸਤਰੀਆਂ ਖਰੀਦਦੇ ਸਨ, ਵੇਚਦੇ ਸਨ ਉਸ ਸਮੇਂ। ਇਸੇ ਕਰਕੇ ਖਰੀਦੀਆਂ ਜਾਂਦੀਆਂ ਸੀ, ਵੇਚੀਆਂ ਵੀ ਜਾਂਦੀਆਂ ਸੀ। ਕਹਿੰਦੇ ਸਵੰਬਰ ਰਚਿਆ। ਸਵੰਬਰ ਦਾ ਕੀ ਭਾਵ ਹੁੰਦਾ? ਇਹੋ ਭਾਵ ਹੈ ਜਿਹੜਾ ਤਾਕਤਵਰ ਹੈ, ਜਿਹਦੇ ਕੋਲ ਪੈਸਾ ਜ਼ਿਆਦਾ, ਧਨ ਜ਼ਿਆਦਾ ਹੈ, ਉਹ ਲੈ ਜਾ ਸਕਦਾ। ਜਿਹੜਾ ਤਾਕਤਵਰ ਉਹ ਲੈ ਜਾ ਸਕਦਾ। ਤੇ ਬਾਜ਼ਾਰਾਂ ਦੇ ਵਿੱਚ ਜਿਹੜਾ ਤਾਕਤਵਰ ਹੈ, ਜਿਹਦੇ ਕੋਲ ਧਨ ਜ਼ਿਆਦਾ, ਉਹ ਇਸਤਰੀਆਂ ਬਹੁਤ ਸਾਰੀਆਂ ਲਿਜਾਂਦਾ, ਇਕੱਠੀਆਂ ਕਰ ਲੈਂਦਾ ਆਪਣੇ ਕੋਲ। ਇਸੇ ਕਰਕੇ ਰਾਜਿਆਂ ਕੋਲ ਹਜ਼ਾਰਾਂ ਹੀ ਇਸਤਰੀਆਂ ਹੁੰਦੀਆਂ। ਜਿੰਨੀਆਂ ਜ਼ਿਆਦਾ ਇਸਤਰੀਆਂ ਉਹਨਾਂ ਵੱਡਾ ਰਾਜ ਇਸਤਰੀਆਂ ਨੂੰ ਖਰੀਦਦਾ। ਤੇ ਇਸਤਰੀ ਧਨ, ਹੁਣ ਵੀ ਆਪਾਂ ਸ਼ਬਦ ਆਪਣੇ ਉਹ ਪੁਰਾਣੇ ਹੀ ਚੱਲਦੇ ਹਨ। ਕੰਨਿਆ ਦਾਨ ਆਪਾਂ ਕਹਿੰਦੇ। ਕੰਨਿਆ ਦਾਨ ਦਾ ਕੀ ਭਾਵ? ਜਿਵੇਂ ਵਸਤੂਆਂ ਦਾ ਦਾਨ ਕਰਦੇ, ਏਦਾਂ ਆਪਾਂ ਕੰਨਿਆ ਦਾਨ ਕਰਦੇ। ਇਸਤਰੀ ਨੂੰ ਦਾਨ, ਇਸਤਰੀ ਕੋਈ ਵਸਤੂ ਹੈ ਦਾਨ ਕਰਦੇ ਤੁਸੀਂ? ਅਜੇ ਤੱਕ ਵਸਤੂ ਹੀ ਸਮਝੀ ਜਾ ਰਹੇ ਹੈ, ਸ਼ਬਦ ਤੇ ਨਹੀਂ ਬਦਲਦੇ ਆ। ਕੰਨਿਆ ਦਾਨ, ਕਿ ਕੰਨਿਆ ਦਾ ਦਾਨ ਕਰ, ਹੱਦ ਹੋ ਗਈ। ਬੰਦਾ ਦਾਨ ਕਰਤਾ ਕਦੀ ਕਿਸੇ ਨੇ ਸੁਣਿਆ? ਤੋ ਸਮੇਂ ਵਸਤੂ ਦੀ ਤਰ੍ਹਾਂ ਇਸਤਰੀ ਨੂੰ ਵਰਤਿਆ ਜਾਂਦਾ ਸੀ। ਵਸਤੂ ਇੱਕ ਦੂਜੇ ਨੂੰ ਦੇ ਖਰੀਦ ਸਕਦੇ ਸੀ, ਵੇਚ ਸਕਦੇ ਸੀ, ਰੱਖ ਸਕਦੇ ਸੀ, ਵਸਤੂਆਂ ਦੀ ਤਰ੍ਹਾਂ। ਇਸ ਕਰਕੇ ਦਾਅ ਤੇ ਵੀ ਲਾ ਦਿੱਤੀ ਇਸਤਰੀ। ਇਸਤਰੀ ਕੋਈ ਵਸਤੂ ਨਹੀਂ ਹੈ, ਸੰਪਦਾ ਨਹੀਂ। ਉਸ ਸਭਿਅਤਾ ਦੇ ਮੁਤਾਬਕ ਉਹ ਠੀਕ ਸੀ। ਹੁਣ ਆਪਾਂ ਪਾਪ ਸਮਝਾਂਗੇ ਕੋਈ ਇਸਤਰੀ ਨੂੰ ਦਾਅ ਕੇ ਲਾ ਕੇ ਦੇਖੇ, ਜਾਂ ਕੋਈ ਵੇਚ ਕੇ ਦੇਖੇ, ਆਪਾਂ ਕਿੰਨਾ ਮਾੜਾ ਸਮਝਦੇ ਹਾਂ। ਇਸਤਰੀ ਨੂੰ ਵੇਚਿਆ, ਇਸਤਰੀ ਨੂੰ ਖਰੀਦਿਆ,
कोई अपनी लड़की वेचे किन्ना आपां बुरा समझ, उस समय वेचियां जांदियां सी, कोई बुरा नहीं सी समझदा, कोई पाप नहीं सी समझदा, क्योंकि समाज दे विच प्रथा सी वेचण दी। हुण भी बहुत सारे कबीले हन मुसलमानां दे जो लड़कियां नूं वेचदे, उन्हां च बिल्कुल नहीं माड़ा समझिया जांदा। ते पुन्न पाप दी परिभाषा आदमी दे अपने मजहब दे मुताबिक हुंदी, अपनी सभ्यता दे मुताबिक हुंदी। पर जिहड़े गहरे चिंतक हन वो कहंदे नहीं, पुन्न पाप जिहड़ा मनुख दे अंदरूनी बिरती दे करके हुंदा। बिरती अपनी की है, आपां किहड़ी बिरती करके, कामना करके या वासना करके या निर्वासना होके कर्म करदे, ओहो ही अपने ते असर पाउंदा। कर्म नहीं पाउंदा बाहर। कर्म माड़ा भी हो सकदा देखण नूं, पर बिरती अंदरली ठीक होवे ते गलत नहीं। ते जदों कोई भी धार्मिक मार्ग ते चलदा है जग्यासी, उहनूं समझाया जांदा है भी बाहरले मोटे मोटे जिहड़े कर्म हन ਉਹ तूं प्रेम दे नाल शरधा द्वारा कर, ते जिन्ना करके तेरी बिरती खराब हुंदी, अशांति फैलदी, बेचैनी हुंदी, ਉਹ कर्म तूं छड्ड दे। बहुत सारे धर्मां दे विच ਉਹ कर्मां दी लिस्ट भी बना ਲਈ गई भी ਕਿਹੜੇ कर्म पाप ਹਨ, ਕਿਹੜੇ पुण्य ਹਨ। ਤੁਸੀਂ हैरान होवोगे ਤੇ ਲਿਸਟਾਂ आपस ਦੇ ਵਿੱਚ बिल्कुल मेल नहीं खांदियां। पुण्य पाप दियां कर्मां दियां लिस्टां भी ਇਹ कर्म माड़े ਹਨ, ਇਹ ਚੰਗੇ ਹਨ, ਕਿਸੇ बहुत घट मेल खांदियां। ਇਹ नहीं है भी मुक्त नहीं हुंदे लोग। हर समाज दे विच, हर सभ्यता दे विच, हर धर्म दे विच लोग परम गति नूं प्राप्त होए। आपां कहने हां भी मांस खाना पाप है, किसे जी हत्या करनी पाप। कई महापुरुष खांदे रहे, रामकृष्ण परमहंस मच्छी खांदे रहे। बौद्ध धर्म हाले तक भी बहुत सारे मांस खांदे हैं, कोई जेड़े देशों च पहले पहल रह रहे सन उत्थे मांस ही सी, कोई सब्जी साग है ही नहीं। बोधी खांदे मांस। शराब पीनी पाप है, पर बहुत सारे महापुरुष करते रहे, शराब पींदे रहे, जीसस पींदे रहे। इसे करके ते ईसाई जीसस दे जन्मदिन ते शराब पींदे हैं। बाहरले कर्म देख के नहीं आपां कुछ भी निर्णय कर सकते। इस करके जदों कर्मां दी लिस्ट बनाई जाती है कि पुण्य है कि पाप है, वो भी थोड़ी थोड़ी तब्दील करने पैंदे हैं समय के आधार ते। जिवें जिवें समा अगे चलता है उवें उन्हां ते तब्दीली होनी चाहिए, क्योंकि मनुख विकासमयी है। मनुख बज्झा होया नहीं, किताबां च लिखिया होया ते बज्झा होया है। ग्रंथां च लिख दिता भी फलानी फलानी चीज माड़ी है खानी, फलाना चंगा है, आ कर्म चंगा ए माड़ा, वो लिख दिता, वो लिखिया होया पिया। मनुख विकास करके कई साल अगे आ गया, वो कर्म लागू नहीं होणगे, क्योंकि विकास चल रहा है, मनुख खड़ा नहीं है। ते बहुत सिद्धांत, बहुत बंधन, कई धर्मां दे विच, बौद्ध धर्मां दे विच 3000 तो वध नियम हन। हुण 3000 तो वध नियम आदमी याद करदा थक जू। आ खाना नहीं खाना, इन्ने बजे सौना, इन्ने बजे नहीं सौना, इन्ने बजे उठना, इन्ने बजे नहीं उठना। छोटे छोटे नियम, इन्ने नियम नूं याद रख, फिर साधना करू आदमी। नियमां च उलझिया रहूगा, साधना की कर। नियमबद्ध होना चाहिए है आदमी, पर सहज नियम होने चाहिए भी जैसा आदमी जैसे समाज दे विच रह रहा, जैसे माहौल दे विच रह रहा, उस माहौल दे विच वैसे ही नियम।
ਜਿਹਦੇ ਦੁਆਰਾ ਉਹਨੂੰ ਸ਼ਾਂਤੀ ਟਿਕਾ ਮਿਲ ਸਕੇ। ਤਾਂ ਨਿਯਮ ਅਲੱਗ-ਅਲੱਗ ਹੁੰਦੇ ਸਾਰੇ। ਇਹ ਨਹੀਂ ਹੈ ਵੀ ਆਪਾਂ ਕਹਿੰਦਾ ਵੀ ਇੱਕੋ ਹੀ ਨਿਯਮ ਚੱਲ ਲੋ। ਕਈ ਕਹਿਣਗੇ ਬੜੇ ਦਾਅਵੇ ਦੇ ਨਾਲ ਵੀ ਸਾਡੇ ਵੇਖ ਲੋ ਧਰਮ ਦੇ ਵਿੱਚ ਆਹ ਨਿਯਮ ਹੈ, ਦੂਸਰੇ ਧਰਮ ਦੇ ਐਵੇਂ ਕਰਦੇ, ਸਾਡੇ ਐਵੇਂ ਨਹੀਂ ਕਰਦੇ। ਐਸਾ ਨਹੀਂ। ਹੁਣ ਆਪਣੇ ਇੱਥੇ ਖੱਬੇ ਚੱਲਦੇ ਹਨ, ਅਮਰੀਕਾ 'ਚ ਸੱਜੇ ਚੱਲਦੇ ਸੜਕ ਤੇ ਕੰਮ ਦੋਵਾਂ ਦਾ ਚੱਲਦਾ। ਸੱਜੇ ਚੱਲਣ ਵਾਲਿਆਂ ਦਾ ਵੀ ਚੱਲੀ ਜਾਂਦਾ, ਖੱਬੇ ਚੱਲਣ ਵਾਲਿਆਂ ਦਾ ਵੀ ਚੱਲੀ ਜਾਂਦਾ। ਨਿਯਮ ਹੈ ਇੱਕ ਆਦਮੀ ਨੇ ਧਾਰਨ ਕਰ ਲਿਆ ਵੀ ਆਪਾਂ ਖੱਬੇ ਸਾਰੇ ਚੱਲਾਂਗੇ ਤੇ ਸੁਰੱਖਿਅਤ ਸਾਰੇ ਹੀ ਆਪੋ ਆਪਣੇ ਢੰਗ ਦੇ ਨਾਲ ਚੱਲਣਗੇ, ਟਕਰਾਹਟ ਨਾ ਹੋਊਗੀ। ਵੀ ਇੱਕ ਪਾਸੇ ਆਪੇ ਚੱਲੀ ਜਾਣਗੇ। ਖੱਬੇ ਪਾਸੇ ਉਹਨਾਂ ਨੇ ਨਿਯਮ ਬਣਾ ਲਿਆ, ਸੱਜੇ ਪਾਸੇ ਜੇ ਨਿਯਮ ਨਾ ਬਣਾਈਏ ਤੇ ਆਪਸ ਦੇ ਵਿੱਚ ਹੁਣ ਇੰਨੀ ਸੜਕ ਚੱਲਦੀ ਹੈ, ਜੇ ਨਿਯਮ ਕੋਈ ਨਾ ਹੋਵੇ ਖੱਬੇ ਸੱਜੇ ਚੱਲਣ ਦਾ ਤਾਂ ਚੱਲ ਸਕਦਾ? ਕੋਈ ਵੀ ਨਹੀਂ ਚੱਲ ਸਕਦਾ। ਤੇ ਨਿਯਮ ਹੈ ਸੁਵਿਧਾ ਵਾਸਤੇ, ਵੀ ਸੁਵਿਧਾ ਦੇ ਨਾਲ ਆਦਮੀ ਆਪਣੇ ਮਾਰਗ ਤੇ ਚੱਲਦਾ ਰਹੇ ਤੇ ਪਹੁੰਚ ਜਾਵੇ ਮੰਜ਼ਿਲ। ਸੁਵਿਧਾ ਵਾਸਤੇ ਨਿਯਮ ਹੈ। ਨਿਯਮ ਪੱਕਾ ਨਹੀਂ ਹੈ ਵੀ ਖੱਬੇ ਚੱਲਣਾ ਹੀ ਠੀਕ ਹੈ, ਧਾਰਮਿਕ ਹੈ, ਪੁੰਨ ਹੈ, ਜਾਂ ਉਹ ਕਹਿਣ ਵੀ ਸੱਜੇ ਚੱਲਣਾ ਹੀ ਪੁੰਨ ਹੈ। ਨਹੀਂ, ਨਿਯਮ ਹੈ ਵੀ ਸੁਵਿਧਾ ਹੈ, ਸੁਵਿਧਾ ਦੇ ਦੁਆਰਾ ਆਪਾਂ ਚੱਲਾਂਗੇ ਤੇ ਮੰਜ਼ਿਲ ਤੇ ਪਹੁੰਚ। ਤੇ ਨਿਯਮ ਸਾਰੇ ਮਨੁੱਖ ਦੀ ਸੁਵਿਧਾ ਵਾਸਤੇ, ਸ਼ਾਂਤੀ ਵਾਸਤੇ, ਟਿਕਾਅ ਵਾਸਤੇ, ਵੀ ਪਰਮਾਤਮਾ ਦੇ ਮਾਰਗ ਤੇ ਚੱਲਣਾ ਹੈ ਤੇ ਕੋਈ ਅਖਿਆਈ ਨਾ ਹੋਵੇ, ਪਰੇਸ਼ਾਨੀ ਨਾ ਹੋਵੇ ਤੇ ਸਹਿਜ ਦੇ ਨਾਲ ਮਨੁੱਖ ਉਸ ਮੰਜ਼ਿਲ ਤੱਕ ਪਹੁੰਚ ਜਾਵੇ। ਕੋਈ ਨਿਯਮ ਬਣਾਉਣੇ ਪੈਂਦੇ, ਜਿਵੇਂ ਸੜਕ ਦੇ ਨਿਯਮ ਹੈ, ਐਸੇ ਹੀ ਧਾਰਮਿਕ ਨਿਯਮ ਸਿਰਫ ਮਨੁੱਖ ਦੀ ਸੁਵਿਧਾ ਵਾਸਤੇ। ਤੇ ਹਰ ਧਰਮ ਦੇ ਨਿਯਮ ਅਲੱਗ-ਅਲੱਗ ਤੇ ਨਿਯਮ ਦਾ ਕੋਈ ਵੀ ਨਹੀਂ ਰੌਲਾ ਹੈ। ਰੌਲਾ ਪਾਉਂਦੇ ਹਨ ਜਿਨ੍ਹਾਂ ਨੇ ਚੱਲਣਾ ਨਹੀਂ ਹੈ, ਜਿਹੜੇ ਚੱਲਦੇ ਨਹੀਂ ਹੈ, ਬਸ ਆਪਸ ਦੇ ਵਿੱਚ ਵਿਰੋਧ ਕਰਦੇ, ਸਮਝਦੇ ਹੈ ਨਹੀਂ। ਐਵੇਂ ਜੀ ਧਾਰਮਿਕ ਮਾਰਗ ਤੇ ਚੱਲਣ ਵਾਸਤੇ ਕੁਝ ਕੁ ਨਿਯਮ, ਜਿਵੇਂ ਅੰਮ੍ਰਿਤ ਛਕਾਇਆ ਜਾਂਦਾ ਹੈ ਸਿੱਖ ਨੂੰ, ਉਹਨੂੰ ਦੱਸਿਆ ਜਾਂਦਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਫਿਰ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਆਸਤੇ ਆਸਤੇ ਜੀਵਨ ਗੁਜ਼ਾਰਨਾ, ਦੁਪਹਿਰੇ ਫਿਰ ਸ਼ਾਮ ਨੂੰ ਨਿਤਨੇਮ ਕਰਨਾ, ਅਰਦਾਸ ਕਰਨੀ, ਸਿਮਰਨ ਕਰਨਾ, ਆਹ ਨਿਯਮ ਦਾ ਪਾਲਣ ਕਰਨਾ। ਇਹ ਕੰਮ ਕਰਨੇ, ਇਹ ਨਹੀਂ ਕਰਨੇ, ਇਹ ਮੋਟੇ ਮੋਟੇ ਨਿਯਮ। ਪਰ ਆਦਮੀ ਉਹਨਾਂ ਨਿਯਮਾਂ ਦੇ ਵਿੱਚ ਹੀ ਬੱਧਾ ਰਹਿ ਜਾਂਦਾ, ਉਹਨਾਂ ਤੋਂ ਉੱਪਰ ਨਹੀਂ ਉੱਠਦਾ, ਉਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਬੱਝਾ ਹੋਏ। ਉਹ ਸਾਰੀ ਜ਼ਿੰਦਗੀ ਦੇ ਉਹ ਕਰਮ ਕਾਂਡ ਰਹਿ ਜਾਂਦੇ, ਉਹਨਾਂ ਤੋਂ ਅੱਗੇ ਚੱਲਦਾ ਹੀ ਨਹੀਂ। ਨਿਯਮ ਤੇ ਮਾਰਗ ਤੇ ਚੱਲਣ ਵਾਸਤੇ ਵੀ ਆਪਾਂ ਮਾਰਗ ਤੇ ਸੁਖੈਨ ਢੰਗ ਨਾਲ ਚੱਲਦੇ ਚੱਲਦੇ ਮੰਜ਼ਿਲ ਤੱਕ ਪਹੁੰਚੀਏ, ਪਰ ਮਾਰਗ 'ਚ ਹੀ ਲੋਕ ਭਟਕੇ ਹੋਏ ਹਨ। ਉਹ ਨਿਯਮਾਂ ਦਾ ਹੀ ਪਾਲਣ ਕਰੀ ਜਾਂਦੇ ਤੇ ਵਿਵਾਦ ਕਰੀ ਜਾਂਦੇ, ਆ ਖਾਣਾ ਚੰਗਾ ਹੈ, ਨਹੀਂ ਖਾਣਾ, ਇੱਧਰ ਨੂੰ ਜਾਣਾ ਚੰਗਾ, ਆ ਪਹਿਨਣਾ ਚੰਗਾ, ਨਹੀਂ ਪਹਿਨਣਾ ਚੰਗਾ, ਆ ਕਰਮ ਕਰਨਾ ਚੰਗਾ, ਨਿਤਨੇਮ ਇੰਨਾ ਕਰਨਾ ਚੰਗਾ, ਇੰਨਾ ਨਹੀਂ ਕਰਨਾ ਚੰਗਾ। ਬਸ ਉਹ ਚੱਕਰਾਂ 'ਚ ਪਏ ਹੋਏ, ਚੱਲਦਾ ਕੋਈ ਵੀ ਨਹੀਂ, ਬਸ ਉੱਥੇ ਘੁੰਮੀ ਜਾ ਰਹੇ। ਤੇ ਨਿਯਮ ਇਸ ਕਰਕੇ ਸੀ ਕਿ ਆਪਾਂ ਸੁਖੈਨ ਢੰਗ ਨਾਲ ਮਾਰਗ ਤੇ ਚੱਲੀਏ। ਜਾਣਾ ਅੱਗੇ ਹੈ ਤੇ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਮੰਜ਼ਿਲ ਵੱਲ ਪਹੁੰਚਦੇ ਰਹੇ, ਤਿਵੇਂ ਤਿਵੇਂ ਨਿਯਮ ਛੁੱਟਦੇ ਜਾਣਗੇ ਪਿਛਲੇ ਜਿਹੜੇ ਸੀ। ਇਹ ਵੀ ਖਿਆਲ ਰੱਖਣਾ। ਜਿਵੇਂ ਆਪਾਂ ਛੋਟੇ ਬੱਚੇ ਨੂੰ ਸਕੂਲ 'ਚ ਪਾਉਂਦੇ ਹਾਂ, ਹੁਣ ਛੋਟੇ ਛੋਟੇ ਆਂਗਣਵਾੜੀ, ਬਾਲ ਵਾਲੀ ਸਕੂਲ ਖੁੱਲੇ ਹੋਏ ਹਨ। ਉੱਥੇ ਕੀ ਛੋਟੇ ਬੱਚੇ ਨੂੰ ਇਹੋ ਦੱਸਿਆ ਜਾਂਦਾ ਕਿਵੇਂ ਬੈਠਣਾ, ਕਿਵੇਂ ਪੜ੍ਹਨਾ ਹੈ, ਕਿਵੇਂ ਟੀਚਰ ਨਾਲ ਗੱਲ ਕਰਨੀ, ਕਿਵੇਂ ਸੁਣਨਾ, ਉਹ ਸਾਰਾ ਕੁਝ, ਕਿਵੇਂ ਕਲਮ ਫੜਨੀ ਹੈ, ਉਹ ਨਿਯਮ ਸਮਝਾਏ ਜਾਂਦੇ ਛੋਟੇ ਬੱਚੇ ਨੂੰ ਵੀ ਇਸ ਢੰਗ ਨਾਲ ਤੂੰ ਸਕੂਲੇ ਜਾਣਾ, ਏਦਾਂ ਟੀਚਰ ਨੂੰ ਨਮਸਕਾਰ ਕਰਨੀ, ਏਦਾਂ ਬੈਠਣਾ, ਏਦਾਂ ਲਿਖਣਾ। ਇਹ ਨਿਯਮ ਹੈ। ਛੋਟਾ ਬੱਚਾ ਫਿਰ ਧੀਰੇ ਧੀਰੇ ਸਕੂਲੇ ਜਾਣਾ ਸ਼ੁਰੂ ਕਰਦਾ ਤੇ ਉਹ ਜਿਹੜੇ ਪਹਿਲਾਂ ਨਿਯਮ ਸਿਖਾਏ ਹੁੰਦੇ ਉਹ ਕੰਮ ਆਉਂਦੇ। ਫਿਰ ਬਾਅਦ 'ਚ ਵਾਰ-ਵਾਰ ਰਟਨ ਨਹੀਂ ਕਰਦਾ ਹੈ, ਉਹ ਨਿਯਮ ਯਾਦ ਹੋ ਗਏ, ਬਸ ਛੁੱਟੀ, ਉਹਦੇ ਬਿਲਕੁਲ ਖਿਆਲ ਵਿੱਚ ਆ ਗਈ। ਨਾ ਉਹਨਾਂ ਨੂੰ ਰਟਨ ਕਰਨ ਦੀ ਲੋੜ ਹੈ, ਨਾ ਦੁਹਰਾਉਣ ਦੀ ਲੋੜ ਹੈ।
फिर वो कोई दसदा भी नहीं उन्होंने बारे, गां अगले स्कूल दसदा भी नहीं, अगलियां जमातां च हौली हौली नियम छुटते जाते। इदां है धार्मिक जगत दे विच जिहड़े कर्म दसे जाते हैं पहले पहल, वो कर्मां दा उपयोग करके आपां अगे जाना है। पर कर्मां च उलझे रहिंदे सारी जिंदगी, कर्म कांड बन जांदे आ। फिर कर्मी जिहड़े वो कांड व्यर्थ, कर्म धर्म पाखंड जो जी सह दिन जम जागाती लूटे, वो पाखंड की तरह कल चलते रहिंदे, अंदरों कुछ भी नहीं हुंदा, उपर उपर चल रहे। गुरुद्वारे जाना जी रोज चले गए, सवेरे गए मत्था टेक के चलो मोड़ आए, बाणी पढ़नी फटाफट पढ़ो जी, काम निबेड़ो, चलो अपने काम करो। तीर्थ यात्रा लोग जाते हैं कर्म कांड की तरह, औखा नहीं है जो कि समय तीर्थ यात्रा करनी, गड्डियां मोटर है, बैठो विच पहुंच जाओ, यात्रा करके आ जाओ घर, कुछ भी नहीं होया। हाथी नूं नवाया, नवाउण दे नाल हाथी च कुछ भी नहीं फर्क पैंदा, कई बार तो मिट्टी भी होर पा लैंदा हाथी उपर, एवं ही हो रहा। ते कर्म जिहड़े हन वो करके आदमी ने अगे जाना है। फिर कई प्रेमी ऐसे हैं जिहड़े कर्मां नूं एडे ढंग दे नाल करदे ते उन्हां दी चर्चा करदे भी मैं इन्ने सालां तो इन्ने पाठ करदा हां, मैं इन्ने हजार पाठां दा सिमरन कीता, मैं इन्ने हजार पाठ कीते, तो बंधन दा कारण बन जांदा। मैं इन्ना नितनेम रोज करदा, इन्ने पाठ रोज करदा। ये पाठ नितनेम इहदे नाल कोई उपलब्ध नहीं हुंदा है, एक सिर्फ नियम हन भी ख्याल दे नाल विचार द्वारा आपां पाठ करांगे, पाठ समझ विच आऊगा ते इह आपां छड्ड के अगे नूं जावांगे, पाठ जो कह रहा वो करांगे, गुरबाणी जो कह रही है वो करना है। पर उन्होंने हंकार का विषय बना लिया कि पूरा पूरा अखंड पाठ किया जी एक बंदे ने, दसो अखंड पाठ करदे नाल कोई उपलब्धि हो जू? कुछ भी नहीं होना, पाठ करदे नाल कुछ थोड़ी हुंदा है। पाठ ते जबान ते रटन है, मुंह करदा रहिंदा है, जबान एक यंत्र है अपने कोल, ओहदा उपयोग कर सकदे, आपां पाठ कर सकदे हां, होर कुछ कर सकदे, जो करना कर सकदे, पुट्ठा बोल सकदे, सीधा बोल सकदे, जबान बोली जाओ। एक कथावाचक अज ही मैं सुन रहा सी, छेवें महल हरगोबिंद साहिब एक बाजार दे विच गए, दुकान दे सामने एक पिंजरे दे विच तोता लटक रहा है, ते तोता बोलता जी आया नू आओ जी, जी आया नू आओ जी। उन्होंने सिखाया होया तोते, देखते रहे कई चिरों, बहुत ही प्रेम ना बोले हर एक नू, कोई भी आया दुकान के अंदर जी आया नू आओ जी। ते कथावाचक कह रहा देखो कितना शुभ बोल रहा तोता, कितना प्यारा बोलदा, कितना वधिया बोलदा तोता, जी आया नू आओ जी। ते हरगोबिंद साहिब जी ओहदे वाल देख रहे हैं, देख के ते उन्हां नूं चंगा लगा तोता, ते एक प्रेमी ने बाद च खरीद के भेंट भी कीता, कहंदा तोता बहुत उत्तम है। देखो कितना चंगा, तोता सिर्फ बाहर उन्होंने सिखाया होया बोल रहा है, तोता अंदरों नहीं बोल रहा जी आया नूं, सिर्फ जबान द्वारा ही बोलदा है। जिवें आपां घर दे विच होईए, कोई अचनचेत आ जाए जिन्हों आप नहीं चाहते हाँ, तो उन्होंने भी आप जी आया नूं आओ जी कहिंदे, उपर उपर भी कह रहे हैं, अपना मन नहीं हुंदा भी कित्थों मत्थे लग गया, उपरों तो कह रहे हैं अंदरों, उपरों जी आया नूं आओ जी, बैठो जी, बड़े चिर बाद आए, बड़े चिर बाद दर्शन होए, उदां ही कही जावांगे, अंदरों कुछ भी नहीं हुंदा, अंदरों सगों बेचैनी हुंदी, दोपहर दा टाइम आराम करना सी, कित्थों ये दुष्ट आ गए।
इदां दो चित्ती चलदी अपनी। तो तोता ते उत्तरों हुण तोता राम 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 जपी रहे, मुक्त ते नहीं हो जाना तोते ने। लख जपी जावे राम राम, तोता तोता ही रहना, तोते दे अंदर राम राम नहीं है जबान ते। ये तां मनुख दे जबान ते राम राम करता सब जग फेरे, राम ना पाया जाए। लख राम राम कही जाओ, लख बाणी पढ़ी जाओ, जे जबान ते ही है फिर ते कोई लाभ नहीं होना। ते जे कर्म जेड़े कर्म बाहर ही होण, अंदर उन्हां दा प्रवेश ही ना होवे, तो फिर कोई भी लाभ नहीं होना। फिर ते हौं दा विशा बन जाना, मैं करन वाला, मैं इन्ना कीता, मैं ये कीता, मैं पाठ कीता। एक कथावाचक कहण के भाई कान सिंह नाभे दे जो दादा जी सी, उन्हां नूं पूरा गुरु ग्रंथ साहब याद सी। देखो कड्डे महान व्यक्ति सी, महानता याद होण दे नाल थोड़ी हुंदी, याद ते कोई भी कर सकदा, कीता जा सकदा, कोई औखी गल नहीं है। सिमरती तेज होवे याद भी कीता जा सकदा, याद करन दे नाल भी लाभ नहीं होना। जो किया गया उत्ते अमल करना लाभ होना। याद ते इउं है जिवें अपने कंप्यूटर दे विच मैमरी है, ਉਹਦੇ ਵਿੱਚ ਆਪਾਂ ਫੀਡ ਕਰ ਸਕਦੇ ਜੋ ਕੁਛ ਮਰਜ਼ੀ ਕਰਦੀ। ਤੋਂ ਕੰਪਿਊਟਰ ਨੇ ਮੁਕਤ ਨਹੀਂ ਹੋ ਜਾਣਾ, ਗੁਰੂ ਗ੍ਰੰਥ ਸਾਹਿਬ ਫੀਡ ਕਰ ਦੋ। ਤੋ ਇਦਾਂ ਹੀ ਮਨੁੱਖ ਦੇ ਵਿੱਚ ਇੱਕ ਫੀਡ ਕਰਨ ਵਾਲੀ ਯੰਤਰ ਹੈ, ਉਹ ਯੰਤਰ ਦੇ ਵਿੱਚ ਆਪਾਂ ਕੁਝ ਵੀ ਫੀਡ ਕਰ ਸਕਦੇ। गल फीड करन दी नहीं, सारा यंत्र इत्थे छुट जाना, मन ने भी इत्थे छुट जाना, जिन्हें फीड किया होया उन्हें भी शरीर दा ही अंग है उन्हें भी छुट जाना। जो किया गया है उत्ते अमल करना है। कर्म जिहड़े हन उन्हां दा उपयोग करना, उपयोग करके अगे वधना है। जिवें गुरबाणी च कहा गया है, फल कारण फूली बन राय, फल पाके फूल बिलाए। कहंदे फल दे कारण फुल लगे, फुल कादे वास्ते लगे? फल करके। पर फल लग गए तो फिर जो फल शुरू ही होया फुल चढ़ जाते, फल शुरुआत च ही फुल चढ़ जाते, फल दे करके फुल लगे। कहंदे ज्ञान है कारण कर्म अभ्यास, ज्ञान है कारण कर्म अभ्यास, ज्ञान प्याता कर्म है। ज्ञान दे वास्ते कर्म करने हैं, पर जिवें जिवें ज्ञान हुंदा गया तो कर्म छुटते जाने। देखो किड्डा वधिया उदाहरण है, कोई भी नहीं समझदा, कोई भी नहीं समझदा, ऐसी बेसमझी है। कहंदे फुल लगे सी फल करके, फल शुरू होया फुल डिग पे। कर्म करने सी ज्ञान वास्ते, ज्ञान होया कर्म डिग, पर कर्म ते डिगदे ही नहीं हन। देखो वड्डे वड्डे जिहड़े विद्वान तुसीं देख रहे हो, जिहड़े पंथ दे आगू तुसीं समझ रहे हो, उदां ही कर्म कर रहे हो, उदां ही कर्म कांड उन्हां दे चलदे। कर्मा तो ते ऊपर उठे ही नहीं, ज्ञान होया ही नहीं। तो ओह ही लोकां नूं सिखा रहा है भी आ कर्म करो, आ ना करो, इदां करो। कर्म जिहड़े हन मुक्त नहीं करते आदमी। कर्म जिन्ना मर्जी कोई सही ढंग दे नाल करदा रहे, ये ख्याल रखे भी मैं बिल्कुल पाप कर्म नहीं करना, पुण्य दे ही कर्म करने। सारी जिंदगी कोई सही ढंग ना कर्म करता रहे तां भी छुटकारा नहीं हुंदा। आसा मनसा बंधनी भाई, कर्म धर्म बंधकारी। बंधन तो छुटकारा नहीं हुंदा, ना धर्म करके ना कर्म करके। जिड्डे मर्जी सही ढंग ना कर्म करता रहे, कर्मां तो उपर जाना तां छुटकारा। कोट कर्म करे हाउ धारै, श्रम पावे सगले बिसथारे। कहते करोड़ां ही कर्म आदमी करदा हाउ करके।
ਹੋਂ ਕਰਕੇ ਹੀ ਜ਼ਿਆਦਾ ਕਰਮ ਹੁੰਦੇ। ਮੈਂ ਕਰਨ ਵਾਲਾ ਤਾਂ ਹੀ ਕਰਮ ਹੁੰਦੇ ਆ, ਉਦਾਂ ਕਰਮ ਕਿਵੇਂ ਹੋਣਗੇ? ਜਦੋਂ ਮੈਂ ਕਰਨ ਵਾਲਾ ਹੀ ਨਹੀਂ ਹੈ ਤੇ ਕਰਮ ਕਿੱਥੋਂ ਹੋਣਗੇ? ਕਰਮ ਤੇ ਹੋਂ ਤੋਂ ਸ਼ੁਰੂ ਹੁੰਦਾ। ਦੇਖੋ ਮੈਂ ਆਹ ਕਰਮ ਕੀਤਾ, ਮੈਂ ਆਹ ਸੇਵਾ ਕੀਤੀ, ਮੈਂ ਇੰਨਾ ਪੁੰਨ ਦਾਨ ਕਰਨ ਵਾਲਾ, ਮੈਂ ਇੰਨੀ ਸੇਵਾ ਕਰਨ ਵਾਲਾ, ਮੈਂ ਇੰਨੀ ਬਾਣੀ ਪੜ੍ਹਨ ਵਾਲਾ, ਮੈਂ ਇੰਨਾ, ਮੈਂ ਕਰਕੇ ਹੀ ਹੁੰਦਾ ਹੈ ਕਰਮ। ਫਿਰ ਇੰਨਾ ਆਦਮੀ ਸ਼ਰਮ ਕਰਦਾ, ਸ਼ਰਮ ਪਾਵੇ, ਇੰਨਾ ਸ਼ਰਮ ਕਰਦਾ, ਪਰ ਬਿਲਕੁਲ ਵਿਅਰਥ, ਸਗਲੇ ਵਿਸਥਾਰੇ, ਬਿਲਕੁਲ ਵਿਅਰਥ। ਇੰਨਾ ਸ਼ਰਮ ਜਿਹੜਾ ਕਰਕੇ ਵੀ ਬਿਲਕੁਲ ਵਿਅਰਥ, ਕਿਉਂ? ਹੋਂ ਕਰਕੇ ਚੱਲ ਰਹੇ ਆ। ਪਿੱਛੇ ਆਪਾਂ ਪੜ੍ਹ ਆਏ ਹਾਂ, ਕਰਮ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਹੀ ਪ੍ਰਾਪਤ ਹੁੰਦਾ ਸੁਆਮੀ ਜਿਹੜਾ ਕਰਮ ਕਰਦਾ ਹੋਇਆ ਨਿਸ਼ਕਾਮ ਭਾਵ ਦੁਆਰਾ ਕਰਦਾ, ਜਿਹਦੇ ਕਾਮਨਾ ਨਹੀਂ। ਜੇ ਆਪਾਂ ਬਾਣੀ ਪੜ੍ਹਦੇ ਤੇ ਕੋਈ ਇੱਛਾ ਨਹੀਂ, ਸਿਰਫ ਸਮਝ ਕੇ ਪੜ੍ਹਦੇ। ਜੇ ਗੁਰਦੁਆਰੇ ਜਾ ਰਹੇ ਹਾਂ ਤੇ ਬਹੁਤ ਹੀ ਪ੍ਰੇਮ ਨਾਲ, ਸ਼ਰਧਾ ਨਾਲ, ਕਿ ਸਾਧੂ ਸੰਤਾਂ ਕੋਲ ਆਏ ਹਾਂ ਤਾਂ ਬਹੁਤ ਹੀ ਪ੍ਰੇਮ ਨਾਲ, ਕੋਈ ਵੀ ਇੱਛਾ ਨਹੀਂ, ਕਾਮਨਾ ਨਹੀਂ ਵੀ ਮੈਨੂੰ ਆਹ ਮਿਲੇ ਆਹ ਨਾ ਮਿਲੇ। ਸੇਵਾ ਕਰਦੇ ਹਾਂ ਬਿਲਕੁਲ ਭਾਵਨਾ ਨਾਲ, ਪ੍ਰੀਤ ਨਾਲ, ਸਿਰਫ ਸੇਵਾ ਹੀ ਕਰਨੀ, ਕੋਈ ਕਾਮਨਾ ਨਹੀਂ। ਉਹਦਾ ਲਾਭ ਅੰਦਰੂਨੀ ਹੋਊ, ਬਾਹਰ ਹੀ ਨਾ ਹੋਊਗਾ। ਇਹ ਨਾ ਸਮਝ ਲਿਓ ਵੀ ਆਪਾਂ ਮੰਗਿਆ ਕੁਝ ਨਹੀਂ ਤੇ ਆਪਣੇ ਖਜ਼ਾਨੇ ਭਰ ਜਾਣਗੇ। ਇਹ ਬਹੁਤ ਗਲਤ ਧਾਰਨਾ ਜਿਹੜੀ ਹੈ ਨਾ, ਉਹ ਧਰਮ ਦੇ ਨਾਲ ਜੁੜ ਜਾਂਦੀ, ਸਾਰੇ ਧਰਮਾਂ ਦੇ ਨਾਲ ਜੁੜ ਜਾਂਦੀ ਵੀ ਆਦਮੀ ਧਰਮ ਦੇ ਚੰਗੇ ਕਰਮ ਕਰੂਗਾ ਤੇ ਉਹਨੂੰ ਕੋਈ ਘਾਟ ਨਾ ਹੋਊਗੀ। ਐਸਾ ਨਹੀਂ ਹੁੰਦਾ। ਧਰਮ ਦੇ ਰਸਤੇ ਤੇ ਅੰਦਰੂਨੀ ਸ਼ਾਂਤੀ, ਅੰਦਰੂਨੀ ਧਨ ਮਿਲਦਾ, ਬਾਹਰੀ ਧਨ ਨਹੀਂ ਮਿਲਦਾ ਹੈ। ਬਾਹਰੀ ਧਨ ਦਾ ਕੋਈ ਮਤਲਬ ਨਹੀਂ ਹੈ ਧਰਮ ਦੇ ਨਾਲ। ਬਾਹਰੀ ਧਨ ਕਮਾਉਣਾ ਹੈ ਤਾਂ ਬਾਹਰੋਂ ਹੀ ਮਿਲੂਗਾ, ਬਾਹਰੋਂ ਕਮਾਓ, ਭੱਜੋ, ਨੱਠੋ, ਉਹਦਾ ਮਿਲੂਗਾ। ਅੰਦਰੂਨੀ ਧਨ ਜਿਹੜਾ ਹੈ ਉਹ ਧਰਮ ਦੁਆਰਾ ਮਿਲਦਾ ਹੈ। ਜੇ ਤੁਸੀਂ ਨਿਸ਼ਕਾਮ ਭਾਵ ਦੁਆਰਾ ਕਰਮ ਕਰਦੇ ਹੋ, ਸੇਵਾ ਕਰਦੇ ਹੋ, ਉਹਦਾ ਅੰਦਰ ਤੁਹਾਡੇ ਅਸਰ ਹੋਣਾ, ਉੱਥੇ ਸ਼ਾਂਤੀ ਮਿਲਣੀ, ਟਿਕਾ ਮਿਲਣਾ, ਉੱਥੇ ਤੁਸੀਂ ਨਿਸ਼ਚਿੰਤ ਹੋਣਾ, ਅੰਦਰੂਨੀ ਧਨ ਮਿਲਣਾ, ਬਾਹਰੀ ਧਨ ਦੇ ਨਹੀਂ ਉਹਦੇ ਕੋਈ ਲੈਣਾ ਦੇਣਾ। ਬਹੁਤੇ ਖਿਆਲ ਏਦਾਂ ਵੀ ਕਰ ਲੈਂਦੇ, ਚਲੋ ਅਸੀਂ ਨਿਸ਼ਕਾਮ ਭਾਵ ਦੁਆਰਾ ਸੇਵਾ ਕਰਦੇ, ਫਿਰ ਤੇ ਮਿਲੂਗਾ ਨਾ, ਫਿਰ ਤੇ ਸਾਡੀਆਂ ਕਾਮਨਾ ਪੂਰੀਆਂ ਹੋਣਗੀਆਂ। ਬਹੁਤੇ ਪ੍ਰੇਮੀ ਏਦਾਂ ਹੀ ਕਹਿਣਗੇ, ਕਈਆਂ ਨੇ ਲਿਖਿਆ ਵੀ ਹੁੰਦਾ ਨਿਸ਼ਕਾਮ ਸੇਵਕ ਜਥਾ, ਵੀ ਇਸ ਢੰਗ ਦੇ ਨਾਲ ਸਾਨੂੰ ਮਿਲੂਗੀ, ਮੁਕਤੀ ਮਿਲੂਗੀ, ਪਰਮਾਤਮਾ ਮਿਲੂਗਾ। ਆਕਾਂਸ਼ਾ ਤੇ ਉੱਥੇ ਵੀ ਹੈ ਕੁਛ ਮਿਲਣ ਦੀ, ਨਹੀਂ ਸਿਰਫ ਸੇਵਾ ਹੀ ਆਨੰਦ ਭਾਵ ਦੇ ਨਾਲ ਹੋਵੇ, ਬਹੁਤ ਹੀ ਪ੍ਰੇਮ ਨਾ ਹੋਵੇ ਤੇ ਫਲ ਤੇ ਅੰਦਰ ਮਿਲਦਾ ਹੈ। ਉਹਦਾ ਅਸਲੀ ਫਲ ਜਿਹੜਾ ਹੈ ਉਹ ਬਾਹਰ ਕਿਤੇ ਵੀ ਨਹੀਂ ਹੈ। ਅਸਲੀ ਫਲ ਜਿਹੜਾ ਉਹ ਆਪਣੇ ਅੰਦਰ ਪਰਮਾਤਮਾ। ਬਾਹਰ ਤੇ ਬਿਲਕੁਲ ਕੂੜਾ ਕਰਕਟ ਪਿਆ ਹੋਇਆ, ਉਹਨਾਂ ਨੂੰ ਆਪਾਂ ਫਲ ਕਹਿੰਦੇ। ਜਿਵੇਂ ਬਾਹਰ ਪੱਥਰ ਕੰਕੜ ਜਿਹੜੇ ਉਹ ਪਏ ਹੋਣ ਤੇ ਆਦਮੀ ਹੀਰੇ ਸਮਝੀ ਜਾਵੇ, ਤੇ ਜੇਬ ਦੇ ਵਿੱਚ ਉਹਦੇ ਹੀਰਾ ਪਿਆ, ਉਹਦਾ ਖਬਰ ਹੀ ਨਹੀਂ। ਇਹ ਅੰਦਰੂਨੀ ਹੀਰਾ ਮਿਲਦਾ, ਬਾਹਰ ਦੇ ਹੀਰੇ ਦੀ ਗੱਲ ਨਹੀਂ। ਆਪਾਂ ਬਾਹਰ ਦੇ ਕੰਕਰਾਂ ਪੰਥਰਾਂ ਨੂੰ ਸਾਰਾ ਕੁਝ ਸਮਝੀ ਬੈਠੇ। ਆਪਾਂ ਕਹਿੰਦੇ ਬਾਹਰ ਫਲ ਮਿਲੂਗਾ, ਫਿਰ ਆਪਾਂ ਸੇਵਾ ਕੀਤੀ, ਕਿੰਨਾ ਕੁ ਲਾਭ ਹੋਊ, ਕਿੰਨਾ ਕੁ ਫਲ ਮਿਲੂ, ਮੇਰੀ ਹੋ ਜੂ ਬੱਲੇ ਬੱਲੇ ਸੰਸਾਰ 'ਚ, ਮੇਰੀ ਹੋ ਜੂ ਚੜਾਈ। ਚੜਾਈ ਤੇ ਆਪਾਂ ਬੜੇ ਧਿਆਨ ਦਿੰਦੇ, ਜਿਹਦੀ ਚੜਾਈ ਹੋ ਗਈ ਉਹਨੂੰ ਮਿਲ ਗਿਆ ਫਲ। ਬਾਹਰ ਦੀ ਚੜਾਈ ਦੇ ਨਾਲ ਮਤਲਬ ਹੀ ਨਹੀਂ ਧਰਮ ਦਾ। ਧਰਮ ਦਾ ਮਤਲਬ ਹੈ ਅੰਦਰ ਨਾਲ, ਅੰਦਰ ਸ਼ਾਂਤੀ ਮਿਲੂ, ਟਿਕਾ ਮਿਲੂ। ਬਾਹਰ ਦੀ ਚੜਾਈ ਦਾ ਕੋਈ ਨਹੀਂ, ਉਤਰਾਈ ਹੋ ਸਕਦੀ ਹੈ ਜਿਹੜਾ ਅੰਦਰ ਸ਼ਾਂਤ ਹੋਊਗਾ। ਚੜਾਈ ਨਾਲ ਕੋਈ ਸੰਬੰਧ ਹੀ ਨਹੀਂ। ਆਪਾਂ ਸੋਚਦੇ ਹਾਂ ਜਿਹਦੇ ਬਾਹਰ ਚੜਾਈ ਹੋ ਗਈ, ਬੱਲੇ ਬੱਲੇ ਹੋ ਗਈ ਦੁਨੀਆ 'ਚ, ਉਹ ਬੜਾ ਭਈ ਰੱਬ ਦੀ ਕਿਰਪਾ ਹੋ ਗਈ। ਰੱਬ ਦੀ ਕਿਰਪਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਾਹਰ ਦਾ, ਸੰਸਾਰ ਦਾ। ਇਹ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਬਾਹਰੀ ਸੰਸਾਰ ਦੀ ਵਡਿਆਈ, ਮਾਣ, ਦੌਲਤ, ਧਨ, ਇੱਜ਼ਤ ਦਾ ਕੋਈ ਵੀ ਸੰਬੰਧ ਧਰਮ ਦੇ ਨਾਲ ਨਹੀਂ ਹੈ। ਧਰਮ ਦਾ ਸੰਬੰਧ ਅੰਦਰ ਦੇ ਨਾਲ ਹੈ, ਬਾਹਰ ਦੇ ਨਾਲ ਨਹੀਂ।
ये बहुत गलत फहमी है धार्मिक जगत दे विच भी बाहर दा संबंध है धर्म दे नाल भी धार्मिक आदमी नूं बाहरों बल्ले बल्ले हो नहीं ओदी आकांक्षा हो तां ही हो ओदी वासना हो बल्ले बल्ले कराउण दी तां हो हाँ सहज सुभाए हो सकदा मैं ये नहीं कहंदा भी सहज नहीं हो सकदा कोई ध्यान दे विच गहरा जावे ते बाहर ओदी वडियाई होवे हो भी जांदी है पर वो लहदा है पर आपां ये ना सोचिए भी बाहरों वडियाई दे कारण आपां धर्म कमाईए भी धन ज्यादा आऊगा प्रभुता ज्यादा मिलूगी बाल बच्चे चंगे रहणगे घर दे विच रौनक हो ये कारण धर्म ना कमाईए आपां जे इस कारण कमा रहे फिर आपां धर्म नहीं कमा रहे आपां कुछ भी नहीं कर रहे आपां तो सौदा करदे ਅਸੀਂ परमात्मा का नाम लेने तेरा तो सानू आ चीज चाहिए सौदेबाजी धर्म का कोई लेना देना नहीं धर्म तो सिर्फ निष्काम कोई भी कामना नहीं है बिल्कुल भी फिर उन्होंने मिलता है धर्म का फल बाहर नहीं अंदरों मिलूगा कई इन्ने कर्म करते हैं हाँ करके पर शांति टिकाव मिलता ही नहीं मिल सकता ही नहीं लख कर्म करी जाओ तुसी कर्म सिर्फ मार्ग ते चलण वास्ते हैं सही ढंग नाल चलो सही कर्म करो सही व्यवहार करो सही बोलो सही ढंग नाल उठो सवेरे उठ के इशनान करो शरीर स्वस्थ रहूगा निरोग रहूगा अमृत वेले उठ के इशनान करना आदमी आलसी घट होगा जीवन ठीक ढंग दे नाल बीतूगा ये कर्म इस करके है आदमी दा जीवन जेड़ा है वो सही ढंग दे नाल चलदा ਇਹਦਾ ਇਹ मतलब नहीं भी अमृत वेले जिन्ना ज्यादा कोई साजरे उठा उन्ना फल ज्यादा कई कहणगे 2 वजे उठ के इशनान करन दा फल सोने 1 मन सोने दान फिर उस तो बाद जिहड़ा करूगा फिर चांदी उस तो बाद फिर तांबा फिर लो पता नहीं कित्थों कित्थों साखियां जोड़ लैंदे इशनान करना कोई बहुत लाभ किवें हो जू फिर प्रलोभन में की दिता जा रहा सोना दान करन दा लाभ हो दसो इदां दे प्रलोभन इत्थे एक दान करोगे उत्ते करोड़ां मिलूगा ये सौदेबाजी आदमी दान भी करदा मिलण वास्ते कर रहे हैं तो ओहदा लाभ नहीं हुंदा जिहड़ा कामना ही करके दान कर रहा भी मैनूं मिलूगा मैनूं इन्ना फल मिलूगा मैं इन्ना कीता तो उहनूं की फल मिलना वो ते कवाड़ दान कर रहा ते कवाड़ ही खरीद रहा बाहर ये कूड़ा करकट ही दान कर रहा ते कूड़ा करकट ही मंग रहा और मंगना भी की है जिन्नी की बुद्धि है वैसा ही मंगदा ते कर्म करने हाँ आपां सिर्फ इह मार्ग ते अपने सहायक हो सकन आपां सही ढंग दे नाल मार्ग ते चलदे फिर दूसरा यह भी ख्याल विच रखना है भी अपने सारियां दे कर्मां दा थोड़ा थोड़ा फर्क भी होऊगा भावें इक्को धर्म दे ही आपां थोड़ा थोड़ा फर्क होगा क्योंकि अपने जीवन दशा लहदा है अपने ख्याल विचार समझ उठनी बहनी चलनी सब कुछ लहदा होने करके थोड़ा थोड़ा फर्क हो उस फर्क के मुताबिक आपां कर्म करने पैणे आपां नूं आप देखना पऊगा भी मैं इहो जे कर्म इस ढंग दे नाल चलां ते मैनूं शांति मिलदी इस ढंग दे नाल चलां ते अशांति मिलदी ते मैं सही ढंग दे कर्म करां जितां दे मैनूं शांति मिलदी है ते आदमी उस मार्ग नूं जा रहे अशांति मिलदी है ते आदमी कर्म इकट्ठे गलत कर रहे ते पक्की बंदिश नहीं है भी इहो ही कर्म करो कि इहो ना करो जिहड़ा जानकार है वो बंदिश करदा ही नहीं किसी नूं वो कहंदा तू आप देख मैं तेनूं ज्ञान देना मैं तेनूं अख देना अख उगेड़ के देख जिहड़ा तेनूं ठीक है हुण जदों आदमी दी अख उगड़ी होवे जिधर खड्डा होवे उहदे विच डिगदा ही नहीं जिन्हों नहीं दिखता वह डिगदा
ਹੁਣ नहीं दिखण वाले नूं आपां लख समझा लो भी रस्ते ते सज्जे जाना खब्बे जाना इदां टटोल के जाऊगा सही, फिर भी वो डिगण दे चांस बहुत। कदी उच्चे पैर पै जू, कदी नीवे पै जू, कदी खब्बे पै जू, कदी खब्बे पै जू, फिर वो गाला कड्डूगा मैनूं समझाउण वाले ने गलत समझाया, देख मैं डिग्गा। ते जिन्हां नूं बेसमझ हन उन्हां नूं लख समझा लो कर्म दा बारे भी आ कर्म करो आ ना करो, तो फिर भी डिगणगे। उन्हां विचे भी वो कोई ना कोई रस्ता खोज लैंदे डिगण दा। हुण जिवें गुरु महाराज ने कहा भी बाणी पढ़ो, बाणी पढ़न वास्ते कहा भी बाणी पढ़न दा लाभ है भी पढ़नी चाहिए, ਇਹਦਾ बहुत फल है। तो आदमी की फल की आकांक्षा करके पढ़ रहा, फिर पढ़ा रहे आ कि कोई पढ़े फिर मैनू फल मिल जाए, फिर ਉਹਦੇ ਵਿੱਚ शब्द जोड़ ਲੈਂਦਾ, संपट पढ़ पाठ कर दे ते शुरू ਉਹ फल ਦਾ करके। ਤੇ ਉਹ ਜਿਹੜੀ ਬਾਣੀ ਇਹ ਆਕਾਂक्षावां ਤੋਂ ਪਾਰ ਜਾਣ ਵਾਸਤੇ ਸੀ ਉਪਦੇਸ਼ ਦਿੰਦੀ ਹੈ, ਉਹਨੂੰ ਆਪਾਂ ਘਸੀਟ ਕੇ ਕਿੱਥੇ ਲੈ ਆਏ। ਸੰਸਾਰ, ਇਹ ਸੰਸਾਰ ਤੋਂ ਪਾਰ ਲਿਜਾਣ ਵਾਸਤੇ ਉਪਦੇਸ਼ ਦੇ ਰਹੇ, ਤਾਂ ਆਪਾਂ ਸੰਸਾਰ 'ਚ ਖਿੱਚ ਕੇ ਲੈ ਆਉਨੇ। ਉਹ ਕੂੜ ਕਬਾੜ ਮੰਗਣ ਵਾਸਤੇ ਬਾਣੀ ਪੜ੍ਹਨ। ਤੇ ਆਦਮੀ ਉਲਟਾ ਜਾ ਸਕਦਾ ਹੈ, ਜਿਹਨੂੰ ਸਮਝ नहीं है, बेसमझ है, दिखता नहीं है, वो डिग सकता। ਉਹਨੂੰ ਲੱਖ ਸਮਝਾਓ। नहीं, गल है अपनी अख दी। हौली हौली आदमी समझ के अपनी अख उगेड़े, तेनों आपे समझ विच आउणा शुरू हो जांदा। गहरे तल ते देखे की ठीक है की गलत है, किहदे नाल मैनूं टका मिल रिहा, शांति मिलदी है, किहड़ा कर्म मैं करां, मैनूं बैठियां शांति मिलदी है, एकांत शांति मिलदी है, घट बोलियां शांति मिलदी है, अमृत वेले उठ के इशनान करके बैठा तां शांति मिलदी है, जां अद्धी रात बैठा तां मिलदी है, टका मिलदा मैनूं, मेरी बेचैनी घटदी है, परमात्मा नाल प्यार हो रहा है, दुनिया नालों टुट रहा, किहड़ा कर्म करके टुट रहा। आदमी आप विचारशील होना चाहिए, हर कर्म आदमी आप करे, अपने ढंग ना करे। विवेक इहनूं कहंदे हन, विवेक होवे गुरसिख दे अंदर, निर्णय करन दी शक्ति होवे, विचार होवे। विवेक दा भाव हुंदा भी अलहदा अलहदा कर सके भी की मेरे लई गलत है की ठीक है, किहड़ा कर्म करा मेरे लिए ठीक बनदा, किहड़ा करा गलत है। जिवें हंस दी सुणाउंदे हुंदे ना साखी भी हंस दुध सामने रख दो तो दुध फिट जांदा, उहदी चुंझ पाया तो फुटियां खा लैंदा, पानी रहण दिंदा। इदां कहंदे गुरमुख प्यारा तत्थ नूं ग्रहण कर लैंदा। संतो माखन खाया छाछ पीए संसार, जिहड़ा संत है, जिहड़ा गुरमुख प्यारा है, वो तत्थ नूं ग्रहण करदा, छाछ नूं छड्ड दिंदा, लस्सी नूं छड्ड दिंदा, घे खांदा। ते गुरमुख प्यारा निर्णय करदा विवेक बुद्धि द्वारा कि मैनूं तरक्की ते मार्ग जाण वास्ते रुकावट बन रही है, किहड़ी चीज मैनूं सार्थक है, कर्मां 'च नहीं उलझदा। फिर कुछ हन जगियासू, ਉਹ ਕਹਿੰਦੇ ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਕਹਿੰਦੇ ਕਰਮਾਂ ਦੇ ਵਿੱਚ ਕੁਝ ਨਹੀਂ ਹੈ, ਚਲੋ ਛੱਡ ਦਿੰਦੇ ਹਾਂ, ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਤਪੱਸਿਆ ਤੇ ਫਿਰ ਮਿਲੂਗਾ ਹੀ ਨਾ ਰੱਬ। ਫਿਰ ਕੁਝ ਲੋਕ ਤਪਣਾ ਸ਼ੁਰੂ ਕਰ ਦਿੰਦੇ, ਉਹ ਧੁੱਪੇ ਬੈਠਣਗੇ, ਰੋਟੀ ਛੱਡਣਗੇ, उपवास करनगे, धूणियां ताउणगे, कई कुछ पुठे सीधे यतन करनगे, तप करके तुहाडे करके रब मिलना। रब कोई तुहाडी किरत दा भुखा है कि तुसीं कुछ करोगे तां मिलदा है, कुछ करिया नहीं मिलदा है। रब करके मिल लगे तो फिर ते करतापन जिहड़ा होर मजबूत हो जाए, फिर तो करन द्वारा रब छोटा हो गया। जिहड़ा अपने कीतियां चीज मिलती वो तो अपने तो छोटी हो जाती, वो करन करके मिलती, जिवें धन मिलता अपन कुछ करके तो अपने हथ विच आ गए।
फिर आपां जो मर्जी उपयोग करिए। इदां परमात्मा आपां करके कुछ हत्थ विच लै लईए, फिर जो मर्जी करिए परमात्मा करके नहीं, परमात्मा छड्ड के मिलदा है। परमात्मा अपने आप नूं छड्ड के मिलदा, करके नहीं। कई मूड़ हो जिहड़े तपस्या करदे, तपस्या करके हंकार करदे, है साडा कोई तपस्वी मेरे अर्ग, मैं इन्ना तप करदा, मैं इन्ने चिर दी रोटी नहीं खाधी। जे नहीं खाधी है तेरी मर्जी है, इहदे नाल कोई परमात्मा दा संबंध नहीं है। रोटी ना खाण दे नाल तूं धूणियां ताई जा, कोई परमात्मा दा संबंध। धुप्पे बैठा रह सारी उम्र, कुछ भी नहीं होना। परमात्मा कोई हठ दे नाल नहीं मिलदा है। परमात्मा सहज गुर प्रसाद, बस धीरे धीरे जिहड़ा छड्डदा जांदा, अपने आप नूं निशावर करदा, समर्पण करदा, बस परमात्मा ते है ही। पाउणा कित्थे परमात्मा नूं? चीज ते ओह पाई जांदी है जिहड़ी दूर होवे, जुदा होवे। सिर्फ मैं नूं छड्डना है। ते हंकारी आदमी मैं नूं मजबूत करदा छड्डदा नहीं, ਉਹ ਸਗੋਂ ਜ਼ਿਆਦਾ जटिल हो जाता। आम लोकां नालों भी हंकारी जिहड़ा है तपस्वरी, वो ज़्यादा जटिल हो जाता। ਉਹਦਾ ते मुक्त होना बहुत ही औखा, हो ही नहीं सकता, क्योंकि हंकार ही इन्ना वधा लिया है, ढंग नाल वधा लिया, नहीं हो सकता। अनेक जतन कर आत्म नहीं द्रवै, हर दर्ग है कहो कैसे गवै। कहते अनेका ही जतन करता है आदमी, आत्म नहीं द्रवै। आत्मा जिहड़ी है, उहदा हिरदा है, वो कोमल नहीं हुंदा, कठोर ही रहिंदा, पिघलदा नहीं, नरम नहीं हुंदा है। आत्म दा भाव मैं भाव अहम, कठोर, वो कठोर ही रहिंदा है, विनम्र नहीं हुंदा। जतन करदे आदमी विनम्र नहीं हो सकदा, कर्म करके विनम्र नहीं हो सकदा। सारे जतन छड्ड के जदों प्रार्थना दे विच जुड़दा है, उदों विनम्र हुंदा। जदों कहदा भी हार परे हो स्वामी के द्वार, दीजै बुद्ध विवेका, सारा कुछ छड्ड के जदों हार के ढह पैंदा, उदों पिघलदा, उदों विनम्र हो जांदा। जतन करदे आत्म नहीं द्रव्य, हर दरगह है को कैसे गवे। परमात्मा दे घर किवें जा सकदा? कोई कोमल ते होया नहीं, दया ते आई नहीं। दया धर्म का मूल है, कठोरता ते उदा ही है, हंकार उदा ही। तुसीं देखो जे ज्यादा धार्मिक लोग किन्ने कठोर हो जाते, माड़ी जी कोई गल करे उस वेले उहदे नाल लड़न नूं तैयार हो जाते, किरपान कढ लैंदे। इहदा मतलब कठोर है अंदर, ये प्रेम भाव नहीं है। नहीं दूसरे नूं वेख के आदमी नूं दया आउंदी, दया ते है ही नहीं। वो तो दूसरे वाल इदां दे सर्व नरकां नूं जाणगे। ये सब अधर्मी लोग, पापी लोग दोजक दे भागी हैं, दोजक नूं जाण। मैं ते धर्म युद्ध कर रहा, मैं जाऊंगा स्वर्ग। ते जतन करन दे नाल आदमी दा हिरदा कोमल नहीं हुंदा, ढह पैण दे नाल, सेवा भावना नाल, हार्दिक हो के कर्म करन दे नाल, विनम्र होण दे नाल कोमल हुंदा हिरदा। भाओ भगत कर नीच सदाए, बस भाव नहीं भगत करे ते नीवां ही। आ देखो लास्ट दे विच गुरु साहिब जी कह रहे हैं, सर्ब की रेन जाका मन होए, कहो नानक ताकी निर्मल। जिहड़ा बिल्कुल विनम्र, सर्ब की रेन, सारियां दी धूड़, रेन दा भाव हुंदा धूड़, जाका मन होए, जेदा मन हो जांदा है, सारियां दी धूड़, कहो नानक ताकी निर्मल। ओहो मैल तों रहत है, ओहो शोभा वाला मैल तों रहत है, जिहड़ा अत विनम्र है, जिहड़ा सारियां दी धूड़ हो गया, जिहदा मन। हंकार यही तो रुकावट है अपनी। हंकार जिहदे कर्म करके अपना हंकार वध रहा है, वो धर्म तो आपां दूर जा रहे।
ਭਾਵੇਂ ਕਿੱਡਾ ਵੀ ਸ਼ੁਭ ਹੋਵੇ ਕਰਮ। ਤੁਸੀਂ ਇਹ ਖਿਆਲ ਕਰੋ ਕਿ ਕਿੱਡਾ ਵੀ ਸ਼ੁਭ ਤੁਹਾਨੂੰ ਲੱਗ ਰਿਹਾ ਕਰਮ, ਜੇ ਆਪਣਾ ਹੰਕਾਰ ਵੱਧ ਰਿਹਾ ਤੇ ਆਪਾਂ ਧਰਮ ਤੋਂ ਦੂਰ ਜਾ ਰਹੇ ਹਾਂ। ਭਾਵੇਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਹੰਕਾਰ ਵੱਧਦਾ ਤੇ ਧਰਮ ਤੋਂ ਦੂਰ ਹੀ ਹੋ ਰਹੇ। ਨਾਮ ਵੀ ਜਪਦੇ ਹਾਂ ਆਪਾਂ, ਇੰਨਾ ਖਿਆਲ ਕਰੋ, ਕਈ ਨਾਮ ਵੀ ਜਪਦੇ ਹਨ ਗੁਰਮੁਖ ਪਿਆਰੇ, ਰਾਮ ਰਾਮ ਵਾਹਿਗੁਰੂ ਵਾਹਿਗੁਰੂ। ਜੇ ਉਹਨਾਂ ਅੰਦਰ ਹੰਕਾਰ ਵੱਧ ਰਿਹਾ ਤਾਂ ਉਹ ਵੀ ਪ੍ਰਮਾਤਮਾ ਤੋਂ ਦੂਰ ਜਾ ਰਹੇ। ਮੈਂ ਪਹਿਲਾਂ ਕਿਹਾ ਹੈ ਵੀ ਕਰਮ ਦੇ ਨਾਲ ਪ੍ਰਮਾਤਮਾ ਦਾ ਸੰਬੰਧ ਨਹੀਂ ਹੈ। ਕਰਮ ਚੰਗਾ ਵੀ ਹੋ ਸਕਦਾ ਹੈ ਪਰ ਪ੍ਰਮਾਤਮਾ ਤੋਂ ਦੂਰ ਵੀ ਜਾ ਸਕਦਾ। ਕਈ ਧਾਰਮਿਕ ਲੋਕ ਵੀ ਪ੍ਰਮਾਤਮਾ ਤੋਂ ਦੂਰ ਚਲੇ ਜਾਂਦੇ, ਧਾਰਮਿਕ ਆਗੂ ਤੇ ਜ਼ਿਆਦਾਤਰ ਚਲੇ ਜਾਂਦੇ, ਹੰਕਾਰ ਬਹੁਤ ਹੁੰਦਾ। ਤੇ ਕਈ ਰਾਮ ਰਾਮ ਜਪ ਕੇ ਵੀ ਪ੍ਰਮਾਤਮਾ ਤੋਂ ਦੂਰ ਜਾ ਸਕਦੇ। ਗੱਲ ਤੇ ਹੰਕਾਰ ਦੀ ਹੈ। ਹੰਕਾਰ ਨੂੰ ਮਿਟਾਉਣਾ ਰਾਮ ਰਾਮ ਜਪ ਕੇ, ਤੇ ਰਾਮ ਰਾਮ ਜਪ ਕੇ ਹੰਕਾਰ ਵੱਧ ਰਿਹਾ। ਮੈਂ ਕਈ ਵਾਰ ਕਹਿਣਾ ਹੁੰਨਾ ਵੀ ਚੰਗਾ ਵੈਦ ਸੁਚੱਜਾ ਗੁਣਵਾਨ ਵੈਦ ਜ਼ਹਿਰ ਨੂੰ ਵੀ ਔਸ਼ਧੀ ਬਣਾ ਲੈਂਦਾ। ਬੇਸਮਝ ਆਦਮੀ ਔਸ਼ਧੀ ਨੂੰ ਵੀ ਜ਼ਹਿਰ ਬਣਾ ਸਕਦਾ। ਜਿਹੜੀ ਦਵਾਈ ਉਹਦੇ ਜੀਵਨ ਨੂੰ ਬਚਾਉਣ ਵਾਲੀ ਸੀ ਉਹਨੂੰ ਵੀ ਉਹ ਮਾਰਨ ਵਾਲੀ ਬਣਾ ਸਕਦਾ। ਇੰਨਾ ਖਿਆਲ ਰੱਖੇ। ਤੇ ਚੰਗਾ ਸੁਚੱਜਾ ਵੈਦ ਜਿਹੜਾ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਲੈਂਦਾ। ਮਾੜੇ ਤੋਂ ਮਾੜੇ ਕਰਮ ਨੂੰ ਵੀ ਕਈ ਗੁਰਮੁਖ ਪਿਆਰੇ ਸੰਤ ਜਨ ਉਪਯੋਗੀ ਬਣਾ ਲੈਂਦੇ ਹਨ, ਜੀਵਨ ਉਪਯੋਗੀ। ਤੇ ਕਈ ਐਸੇ ਬੇਸਮਝ ਹਨ, ਚੰਗੇ ਤੋਂ ਚੰਗੇ ਕਰਮ ਨੂੰ ਵੀ ਘਾਤਕ ਬਣਾ ਲੈਂਦੇ ਹਨ। ਉਹਦੇ ਦੁਆਰਾ ਹੀ ਉਹਨਾਂ ਦਾ ਪਤਨ ਹੋ ਜਾਂਦਾ। ਤੇ ਆਪਾਂ ਨੂੰ ਖਿਆਲ ਵਿੱਚ ਇਹ ਆਉਂਦਾ ਵੀ ਜਿਹੜਾ ਧਾਰਮਿਕ ਕਰਮ ਕਰਦਾ ਉਹ ਅੱਗੇ ਜਾਂਦਾ। ਐਸਾ ਨਹੀਂ ਹੁੰਦਾ, ਕਿਉਂਕਿ ਜਿੰਨਾ ਵੀ ਸੰਬੰਧ ਹੈ ਆਪਣੇ ਹੰਕਾਰ ਨਾਲ, ਹਉ ਨਾਲ, ਹਉ ਵੱਧਦੀ ਆਪਾਂ ਦੂਰ ਜਾਂਦੇ, ਹਉ ਘਟਦੀ ਆਪਾਂ ਪ੍ਰਮਾਤਮਾ ਦੇ ਨੇੜੇ। ਇਸੇ ਕਰਕੇ ਵਿਨਮਰਤਾ ਨੂੰ ਬਹੁਤ ਜ਼ੋਰ ਦਿੱਤਾ ਗਿਆ ਹੈ। ਵਾਰ ਵਾਰ ਕਿਹਾ ਗਿਆ ਗੁਰੂ ਮਹਾਰਾਜ ਨੇ ਵੀ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਵੀ ਭਲਾ ਜਿਹੜਾ ਕਹਾਉਂਦਾ ਉਹ ਤੇ ਭਲਾਈ ਨਿਕਟ ਨਹੀਂ। ਭਲਾ ਕਿਉਂ ਕਹਾ ਰਿਹਾ ਉਹ ਆਪਣੇ ਆਪ ਨੂੰ? ਮੇਰੇ ਵਰਗਾ ਕੋਈ ਹੈ? ਮੇਰੇ ਵਰਗਾ ਮਹਾਨ? ਵੇਖੋ ਮੈਂ ਕਿੱਡਾ ਵਧੀਆ ਆਦਮੀ, ਕਿੰਨਾ ਭਲਾ, ਕਿੰਨਾ ਲੋਕਾਂ ਦਾ ਭਲਾ ਕਰਦਾ। ਕਈ ਆਣ ਕੇ ਪ੍ਰੇਮੀ ਕਹਿ ਵੀ ਦਿੰਦੇ ਵੀ ਮੈਂ ਇੰਨੇ ਲੋਕਾਂ ਦਾ ਭਲਾ ਕੀਤਾ, ਕੋਈ ਨਹੀਂ ਮੇਰਾ ਚਾਹੁੰਦਾ ਹੈ, ਮੈਨੂੰ ਕੋਈ ਵਡਿਆਈ ਨਹੀਂ ਦਿੰਦਾ, ਚੰਗਾ ਨਹੀਂ ਸਮਝਦਾ। ਦੱਸ ਹੱਦ ਹੋ ਗਈ। ਤੂੰ ਭਲੇ ਦੇ ਬਦਲੇ ਕੀ ਚੰਗਾ ਸਮਝਣ ਕਰਕੇ ਭਲਾ ਕਰ ਦਿੰਦਾ, ਫਿਰ ਭਲੇ ਦਾ ਸੌਦਾ ਹੋ ਗਿਆ। ਭਲੇ ਦਾ ਮਤਲਬ ਇਹੋ ਹੀ ਹੁੰਦਾ ਵੀ ਤੇਰੇ ਅੰਦਰ ਭਲਾਈ ਹੋਵੇ ਤੇ ਤੈਨੂੰ ਸ਼ਾਂਤੀ ਮਿਲਦੀ। ਲੋਕਾਂ ਨਾਲ ਕੀ ਲੈਣਾ ਦੇਣਾ ਤੇਰਾ? ਤੂੰ ਲੋਕਾਂ ਦੀ ਵਡਿਆਈ ਚਾਹੁੰਦਾ ਹਾਂ ਤਾਂ ਭਲਾ ਕਰਦਾ, ਤੇ ਫਿਰ ਤੇ ਤੇਰਾ ਸੌਦਾ ਹੋ ਗਿਆ। ਤੂੰ ਵਡਿਆਈ ਚਾਹ ਰਿਹਾ ਤੇ ਭਲਾ ਕਰਦਾ, ਤੇ ਤੈਨੂੰ ਸ਼ਾਂਤੀ ਨਹੀਂ ਮਿਲ ਸਕਦੀ। ਧਾਰਮਿਕ ਮਾਰਗ ਤੇ ਨਹੀਂ ਜਾ ਸਕਦਾ। ਤੂੰ ਵਡਿਆਈ ਦੀ ਖਾਤਰ ਭਲਾ ਕਰਦਾ, ਤੂੰ ਸੇਵਾ ਕਰਦਾ ਮਾਣ ਦਾ ਕਰਕੇ, ਮਾਣ ਵਡਿਆਈ ਮਿਲ, ਤਾਂ ਸੇਵਾ ਦਾ ਸੌਦਾ ਹੋ ਗਿਆ। ਸੇਵਾ ਕਾਹਦੀ ਹੋ? ਇਹ ਤਾਂ ਸੌਦੇਬਾਜ਼ੀ ਹੈ ਸਿੱਧੀ, ਜਿਵੇਂ ਬਾਜ਼ਾਰ ਦੇ ਵਿੱਚ ਸੌਦਾ ਚੱਲਦਾ ਹੈ। ਚਾਹ ਫਲਾਨੀ ਚੀਜ਼ ਲੈ ਲਾ ਤੇ ਫਲਾਨੀ ਦੇ ਦੇ। ਪਹਿਲੇ ਸਮਿਆਂ 'ਚ ਏਦਾਂ ਵਟਾ ਸੱਟਾ ਹੋਇਆ ਕਰਦਾ ਸੀ। ਜ਼ਿਮੀਦਾਰ ਲੋਕ ਕਣਕ ਦੇ ਦਿੰਦੇ, ਲੂਣ ਲੈ ਲੈਂਦੇ, ਇਹੋ ਜਿਹਾ ਸੌਦਾ ਕਰਦੇ। ਇੱਕ ਚੀਜ਼ ਦੇ ਦੇਣੀ ਜੋ ਆਪਣੇ ਘਰ ਹੈ ਫਸਲ, ਦੂਸਰੀ ਲੈ ਲੈਣੀ ਜੋ ਨਹੀਂ ਹੈ। ਤੇ ਆਦਮੀ ਧੰਦਾ ਕਰਦਾ ਹੈ, ਧੰਦੇਬਾਜ਼, ਸੌਦੇਬਾਜ਼। ਇਹ ਤਾਂ ਸੌਦਾ ਚੱਲ ਰਿਹਾ, ਇਹਦੇ ਵਿੱਚ ਕੋਈ ਮਤਲਬ ਨਹੀਂ ਧਰਮ ਦਾ। ਵੀ ਮੈਂ ਲੋਕਾਂ ਦਾ ਭਲਾ ਕਰਾਂ, ਮੈਂ ਹਸਪੀਟਲ ਖੋਲ ਰਿਹਾ ਤੇ ਲੋਕ ਮੇਰੇ ਬੱਲੇ ਬੱਲੇ ਕਰਨ, ਮੇਰਾ ਮਾਣ ਆਦਰ ਕਰਨ। ਲੋਕਾਂ ਦਾ ਮੈਂ ਕੰਮ ਸਾਰਦਾ, ਲੋਕ ਮੇਰੀ ਵਡਿਆਈ ਕਰਨ। ਫਿਰ ਸੌਦਾ ਹੀ ਹੋ ਗਿਆ ਨਾ। ਭਲਾ ਕਾਹਦਾ ਹੋਇਆ? ਭਲੇ ਦਾ ਮਤਲਬ ਹੁੰਦਾ ਵੀ ਕਿਸੇ ਨਾਲ ਮਤਲਬ ਹੀ ਨਹੀਂ ਹੈ, ਸਿਰਫ ਭਲਾਈ ਉਹਦੇ ਅੰਦਰ ਹੈ, ਭਲਾ ਕਰਨ ਦੀ ਬਿਰਤੀ ਉਹਦੇ ਅੰਦਰ ਹੈ, ਕਰੁਣਾ ਉਹਦੇ ਅੰਦਰ ਹੈ, ਪ੍ਰੇਮ ਉਹਦੇ ਅੰਦਰ ਹੈ। ਉਹ ਸਿਰਫ ਅਚਨਚੇਤ ਹੀ ਚੱਲ ਰਿਹਾ। ਕਿਸੇ ਦਾ ਭਲਾ ਹੋ ਜਾਂਦਾ, ਤੁਰੇ ਜਾਂਦਾ, ਕੋਈ ਰਸਤੇ 'ਚ ਡਿੱਗ ਪਿਆ, ਚੱਕ ਕੇ ਉਠਾ ਦਿੱਤਾ, ਬਸ ਚਲੇ ਗਏ, ਉਹਦਾ ਭਲਾ ਹੋ ਗਿਆ। ਰੱਬ ਨੇ ਕਰਾਉਣਾ ਸੀ, ਹੋ ਗਿਆ। ਕਿਸੇ ਨੂੰ ਚੱਕ ਕੇ ਰੱਬ ਹਸਪੀਟਲ ਪਹੁੰਚਾ ਦਿੱਤਾ, ਬਸ ਹੋ ਗਿਆ ਭਲਾ।
फिर ख्वाहिश होए आदमी दी भी लोग मेरी बल्ले बल्ले करन, परिवार दे मैंबर आउण, मेरे गल च हार पाउण, मेरा धन्नवाद करन, कुछ भी नहीं कीता है। हद हो गई, मैं इन्ना भला कीता, बंदे नूं बचाया, फिर तो सौदा हो गया तुहाडा, भलाई तो ना होई, तुहानूं लाभ नहीं होया। आदमी भले अखवाउण दी खातर बहुत कुछ संसार दे विच करदा है, वडियाई दी खातर। देखो जिन्ने भी आपां घर दे विच विचरदे, काम करदे, कुछ कारोबार करदे, ख्याल अपना लोकां कन्नी हुंदा है लोक मैनूं चंगा कहिंदे। बाहर भी घर तों निकलदे ते आपां कपड़े ओहो जे पाउने भी लोक मैनूं चंगा कहण भी ये बंदा पढ़िया लिखिया, चंगा भला आदमी। जे आपां कर्म भी करदे, तुसीं एक ख्याल करियो भी आपां कोई भले दा कर्म करिए, अगर कोई भी देखण वाला ना होए ते आपां नूं मजा नहीं आउंदा। कोई देखण वाला ना होवे ना, इसे करके लोग पहला ही पत्रकारां नूं सद लैंदे भी आ जाओ असीं पुन्नदान कर लगे, कोई भले दा काम कर लगे, आ जाओ छेती। मजा ही नहीं आउंदा है पत्रकार ना हो, लोग देखण ना, फोटोआं ना आउण, पता किवें लगे भले दा काम। कोई देखण वाला ही ना होण ते रस ही नहीं आउंदा आदमी नूं भले काम करन दा। आदमी गुप्त नहीं कर सकदा भला भी, प्रतक्ष करूगा, देख के दस के सारे नूं। इस करके पुन्नदान भी आदमी अलाउंस करदा, मेरा नाम बोल दो, मैं कुछ पुन्नदान की। ते जिन्ना भी हुण सेवा हो रहीआं थां थां ते भले दे काम बहुत हो रहे आ, ते सिर्फ सौदेबाजियां। एक आदमी भले दा काम करदा, ओह कहंदा लोग मेरी बल्ले बल्ले कर, अखबारां 'च फोटोआं आउण, पता लगे, तो व्यर्थ हो गया। भले अखवाउण दी खातर आपां जो कुछ करदे हां, ओहदे विच कोई भी भलाई नहीं है, ते सह भलाई निकट ना आवे, कुछ भी भला नहीं। भला ते तां है आपां चुपचाप सिर्फ अपने हिरदे दे अंदर भलाई करन दी दृष्टि होवे बस। भावें कोई काम होवे ना होवे, ओहदा जरूरी नहीं है, अंदर करुणा होवे, प्रेम होवे। कहंदे गुरबाणी दे विच भी उपदेश है, सेवा को दो भले, एक संत एक राम, राम तो दाता मुक्त को संत जपावे ना। सिर्फ दो ही बंदे उन्होंने गणे आ सेवा करने वाले, संत ते राम। ते एक ख्याल विच रखना है कि संत बाहर प्रतक्ष कुछ भी सेवा नहीं करूगा, ताजी दृष्टि दे विच कोई भी ओदी सेवा ना आऊगी। जो करूगा तो इन्ना लुप छिप के ख्याल विच भी ना आऊ, ओदी सेवा सिर्फ अंदरों प्रेम ते करुणा दया है। ये नहीं भी वो हॉस्पिटल बना रहा, लोगों के भले वास्ते लंगर चला रहा जां होर कुछ कर रहा, ठीक है उहदे कोल होणगे ऐसे कर्म भी, पर वो प्रतक्ष ना करूगा। सारे नूं वड्डा ते भले दा काम है परमात्मा दे नाल जोड़ना, इस तों वड्डा किहड़ा है भले दा काम। कोई एक बंदा भी परमात्मा वाले रस्ते जन्म जन्मांतर तो भटकदा होया उधर जुड़ जावे, परमात्मा दे मार्ग ते चल पवे। कहंदे हन मरे होए बंदे नूं जवाउणा इन्ना भला नहीं है जिन्ना भला किसे नूं परमात्मा दे मार्ग ते चलाउणा है। एक महात्मा बुद्ध दे जीवन दी घटना है। एक माई दा सुपुत्र कल्ला कल्ला ही सी, शरीर छड्ड गया। माई नूं बहुत दुख होया, घर वाला पहला चढ़ाई कर गया सी, एक पुत्र सी जीवन दा सहारा इको एक, वो भी चल बसिया। माई ने बहुत ही ऊंची ऊंची वैन पाए, रोई कुरलाई। पिंड दे भी सारे बेचारे बहुत ओहदे अल देख के दुख प्रगट करदे।
जगाउंदे पुछदे, पर की करन, इक्को एक सहारा जीवन दा, वो भी चल वसिया। कुदरती एक प्रेमी ने कहा भी आह अपने पिंड दे बाहर वार महात्मा बुद्ध आए होए हन, भी उन्हां दे बहुत मालक दी कृपा, वो जो कह देन ओहो ही हो जांदा। प्रभु दे प्यारे आ, उन्हां नाल भिक्षु भी हन, साधक भी। तू अपने बच्चे नू चक के उन्हां को लै जा, भी मेरा इक्को एक दिल दा टुकड़ा जीवन दा सहारा वो भी गया, तुसी कृपा करो इनू जवा दो। माई नू पता लगा वो ते उसे वेले ही पागल होई, चक के बच्चे नू लै गई उत्थे। महात्मा बुद्ध सामने रख के उची उची रोन लगी होई भी मेरे ते कृपा कर दो, मैं नहीं बच सकती इस तो बगैर, मेरा जीवन ही किसी काम दा नहीं, बस इको ही सहारा सी, ये भी जांदा लगा, मैं किवें रवां। बुद्ध कहन लगे तू इदां कर, तेरे बच्चे नू असीं जवा दिन्ने आ। जो इदां कहा तो माई चुप हो गई भी हो हुण कुछ। कहंदे तू इदां कर, कुछ कणक दे दाने एक मुट्ठी भर किसे घरों मंग लिया, पर उसे घरों मंग के लियाने हन जिदे घर कोई मरिया ना हो, इन्ना ख्याल रखे। बस वो मंग लिया, तेरे बच्चे नू जींदा कर दे। माई ते उसे टाइम ही नठी, उन्हें तो ख्याल भी ना कीता है भी किहड़ी शर्त ला दी महात्मा बुद्ध ने, उन्हें शर्त वाल भी ख्याल ना किया भी हुणे लै आउणी मैं, ये किहड़ी गल है कोई का ते कोई घर होऊगा ही ऐसा भी जिहदे घर कोई मरिया ना हो। कहंदे पुछण लगी, पिंड बहुत बड़ा सी, घर घर जाके उन्हें पूछया, सारे लोग कहण कणक दी कोई कमी नहीं है, तू कमे ते बोरियां तैनू दे दईए असीं, पर साडे घर भी मरे होए, साडे पे मरे, दादे मरे, परदादे मरे, किन्ने क मरे, जींदे असीं बहुत घट हां, मरे होए ज्यादा, बहुत मरे हां। हर एक ने इहो किया साडे मरे होए हां, बहुत समय तो मरदे आए। शाम तक माई फिरदी रही, कोई भी घर ऐसा ना लभा जेड़े घर कोई मरिया ना हो। पर एक उन्होंने ये भी समझ आ गई गल, ये सारे घरां च ही मरदे हन, मेरा कोई नवां ते नहीं मरिया, सारे घरां च ही मरे होए हन, किन्ने किन्ने मरे होए, मेरा कोई नवां ते नहीं मरिया। कहंदे माई नूं ज्ञान हो गया, शाम नूं वापस आई, पिछों बैठे से इंतजार करते भी अज कोई चमत्कार हो, देखो माई ने दाने लै आने ते अज कुछ हो, सारे वेट कर रहे सन, इंतजार करते। माई ने आउंदियां ही चरनां च झुकी महात्मा बुद्ध दे, अपना पल्ला सामने कीता ते कहंदी मैनू बस भिक्षुणू बना लो, मैनू सन्यास दे दो। उन्हें अपने बच्चे की गल ही नहीं की है, कहंदे मैनू भिक्षुणू बना लो, बस मैं समझ गई गल, तुहाडी रमज मैं समझ गई, तुसीं जो कहा है बिल्कुल ठीक है, सारे घरां च ही मरे, बेअंत मरे, एक जीव हो की हो। कहते हैं भी जेडे संत हैं ये विचार करते भी जीसस ने मुर्दे जवाए, कोई खास काम नहीं किया है, मुर्दे नू जवाब ही दिओ तो करूगा की। सूफियां दी कहानी है, एक नगर विच जीसस गए तो उत्थे एक आदमी वेसवा दे दरवाजे मूहरे खड़ा वेट कर रहा कि किहड़े वेले आवे उतों उतरे ते मैं उहदे नाल गलबात करां, सौदेबाजी होवे। उधरों जीसस आ गया, कहंदे भी की करदा, मैं तैनूं सियाण लिया, तू ओही बंदा जिन्हों मैं जवाया सी, जींदा कीता सी।
ਉਹ ਕਹਿੰਦਾ ਠੀਕ ਆ, ਮੈਂ ਵੀ ਤੁਹਾਨੂੰ ਸਿਆਣ ਲਿਆ। ਜਿਸੇ ਕਹਿੰਦੇ ਤੂੰ ਇੱਥੇ ਵੀ ਕੀ ਕਰਦਾ? ਕਹਿੰਦਾ ਮੈਂ ਕਰਾਂ ਕੀ, ਮੈਂ ਤੇ ਮਰ ਗਿਆ ਸੀ, ਤੁਸੀਂ ਮੈਨੂੰ ਜੀਂਦਾ ਕੀਤਾ, ਮੈਂ ਕਰਾਂ ਕੀ, ਜੀਵਨ ਦਾ ਕਰਾਂ ਕੀ, ਮੈਂ ਉਪਯੋਗ ਕੀ ਕਰਾਂ ਜੀਵਨ ਦਾ? ਕੁਛ ਨਾ ਕੁਛ ਕਰਨਾ ਪਊ। ਅੱਖਾਂ ਸੁੰਦਰਤਾ ਨੂੰ ਦੇਖ ਕੇ ਮੋਹਿਤ ਹੁੰਦੀਆਂ, ਅੰਦਰ ਵਾਸ਼ਨਾ ਉੱਠਦੀ, ਮੈਂ ਕਰਾਂ ਕੀ? ਐਸੀਆਂ ਕਹਾਣੀਆਂ ਹਨ ਸੂਫੀਆਂ ਦੀਆਂ ਜਿਹੜੀਆਂ ਜੀਸਸ ਦੇ ਵਿਰੁੱਧ ਹਨ, ਵੀ ਜਿਨ੍ਹਾਂ ਨੂੰ ਅੱਖਾਂ ਦਿੱਤੀਆਂ ਉਹ ਵੀ ਭਟਕ ਰਹੇ ਹਨ, ਜਿਨ੍ਹਾਂ ਨੂੰ ਲੱਤਾਂ ਦਿੱਤੀਆਂ ਉਹ ਵੀ ਭਟਕ ਰਹੇ ਹਨ। ਪਰ ਅਸਲੀ ਜੀਵਨ ਦਾਨ ਦਿੱਤਾ ਬੁੱਧ ਨੇ। ਐਸਾ ਨਹੀਂ ਹੈ ਜਦੋਂ ਮੈਂ ਬੁੱਧ ਦੀਆਂ ਜਾਂ ਜੀਸਸ ਦੀਆਂ ਹੋਰ ਕਹਾਣੀਆਂ ਸੁਣਾਉਣਾ ਹਨ ਤੇ ਸਿੱਖ ਧਰਮ ਦੇ ਵਿੱਚ ਨਹੀਂ ਗੁਜ਼ਰੀਆਂ ਹਨ, ਬਹੁਤ ਸਾਰੀਆਂ ਵਿਆਪੀਆਂ ਇੱਥੇ। ਜੀਵਨ ਦਾਨ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਦਿੱਤੇ, ਸਿਰਫ ਪ੍ਰਤੀਕ ਹਨ, ਪ੍ਰਤੀਕਾਂ ਨੂੰ ਆਪਾਂ ਸਮਝਣਾ ਹੈ ਵੀ ਜੀਵਨ ਦਾਨ ਅਸਲੀ ਹੈ। ਜੇ ਬੱਚੇ ਨੂੰ ਜਿਉਂਦਾ ਵੀ ਕਰ ਦਿੰਦੇ ਮਹਾਤਮਾ ਬੁੱਧ, ਬੱਚਾ ਕਰਦਾ ਕੀ? ਜੋ ਆਪਾਂ ਕੁਝ ਕਰ ਰਹੇ ਹਾਂ ਉਹ ਕੁਝ ਕਰਦਾ, ਸਾਰੀ ਜ਼ਿੰਦਗੀ ਕਮਾਈ ਕਰਦਾ, ਧੰਦਾ ਕਰਦਾ, ਵਿਆਹ ਕਰਦਾ, ਬੱਚੇ ਉਹ ਜਿਹੇ ਗਾਂ ਪੈਦਾ ਕਰ ਦਿੰਦਾ, ਕਰਦਾ ਕੀ ਆਦਮੀ? ਮਾਈ ਕੀ ਕਰਦੀ ਸਾਰੀ ਜ਼ਿੰਦਗੀ? ਮਾਈ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ, ਸਾਰੇ ਨੂੰ ਵੱਡਾ ਜੀਵਨ ਦਾਨ ਦਿੱਤਾ। ਮਰੇ ਨੂੰ ਜਿਉਂਦਾ ਕਰਨਾ ਤੇ ਕੋਈ ਖਾਸ ਨਹੀਂ ਹੈ ਉਪਲਬਧ, ਪਰ ਪ੍ਰਮਾਤਮਾ ਦੇ ਮਾਰਗ ਤੇ ਚਲਾ ਦੇਣਾ ਕਿਸੇ ਨੂੰ, ਇਹ ਸਾਰਿਆਂ ਨੂੰ ਵੱਡਾ ਹੈ। ਮਹਾਨ ਕਰਮ ਕੀਤਾ, ਮਹਾਨ ਸੇਵਾ ਦਾ ਕਰਮ ਕੀਤਾ। ਮੁਰਦਿਆਂ ਨੂੰ ਜਿਵਾਉਣਾ, ਕਿਸੇ ਨੂੰ ਅੱਖਾਂ ਦੇ ਦੇਣੀਆਂ, ਕਿਸੇ ਦੀ ਹੁਣ ਆਮ ਖਿਆਲ ਇਹੋ ਹੀ ਹੈ, ਜਿਹੜਾ ਸਾਧੂ ਕਿਸੇ ਦੀ ਢਿੱਡ ਪੀੜ ਹਟਾ ਦੇਵੇ, ਕਿਸੇ ਦੀ ਸਿਰ ਪੀੜ ਹਟਾ ਦਿੱਤੀ, ਕਿਸੇ ਨੂੰ ਬਿਮਾਰ ਨੂੰ ਠੀਕ ਕਰ ਦਿੱਤਾ, ਕਿਸੇ ਨੂੰ ਸਵਾਹ ਦੀ ਪੁੜੀ ਦੇ ਦਿੱਤੀ ਤੇ ਬੜੀ ਹੈ ਭਈ ਬਹੁਤ ਵੱਡਾ ਕਰਮ ਕੀਤਾ। ਉਹ ਕੀ ਕੀਤਾ? ਸਵਾਹ ਦੀ ਪੁੜੀ ਖਾ ਕੇ ਤੰਦਰੁਸਤ ਵੀ ਹੋ ਗਿਆ ਬੰਦਾ, ਕੀ ਕਰੂਗਾ? ਉਹੋ ਹੀ ਪੁੱਠੇ ਕੰਮ ਹੀ ਕਰੂ। ਮੁਰਦੇ ਨੂੰ ਵੀ ਜਿਉਂਦਾ ਕਰਤਾ, ਕੀ ਕਰੂਗਾ? ਉਹੀ ਕੰਮ ਕਰੂਗਾ ਜੋ ਕਰ ਰਿਹਾ ਸੀ, ਉਹੋ ਹੀ ਧੰਦੇ, ਉਹੀ ਬਿਮਾਰੀਆਂ ਉਹਨੂੰ ਚੰਬੜੀਆਂ ਹੋਈਆਂ, ਉਹੀ ਵਾਸ਼ਨਾ, ਉਹੀ ਕਾਮਨਾ, ਉਹੀ ਕੁਝ ਕਰੂਗਾ। ਕੀ ਕਰਨਾ ਇਹ ਬੰਦੇ ਨੇ? ਜੇ ਠੀਕ ਵੀ ਕਰਤਾ ਕਰੂ ਕੀ? ਇਹ ਬਿਮਾਰਾਂ ਨੂੰ ਠੀਕ ਕਰਨਾ ਕੁਛ ਉਪਲਬਧੀ ਨਹੀਂ ਹੈ। ਅਸਲੀ ਹੈ ਸੇਵਾ ਦਾ ਕੰਮ ਪਰਮਾਤਮਾ ਦੇ ਮਾਰਗ ਤੇ, ਜਿਹੜਾ ਚੱਲ ਪਵੇ, ਫਿਰ ਜਿਹੜਾ ਪਹੁੰਚ ਗਿਆ ਸਦਾ ਵਾਸਤੇ ਬਿਮਾਰੀਆਂ ਤੋਂ ਛੁਟਕਾਰਾ ਹੋ ਗਿਆ। ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਤੇ ਹੁੰਦਾ ਨਹੀਂ, ਐਸ ਜਨਮ ਹੋ ਜੂ, ਅਗਲੇ ਜਨਮ ਚੰਬੜਨਗੀਆਂ। ਕਿ ਸਰੀਰਾਂ ਦਾ ਘਾਟਾ, ਮਰ ਗਿਆ ਤਾਂ ਹੋਰ ਸਰੀਰ ਮਿਲੂਗਾ, ਫਿਰ ਬਿਮਾਰੀਆਂ, ਫਿਰ ਇਲਾਜ ਕਰਾਓ, ਫਿਰ ਸਾਧੂਆਂ ਕੋਲ ਜਾਓ, ਫਿਰ ਬਿਮਾਰੀਆਂ ਚੰਬੜਨਗੀਆਂ, ਫਿਰ ਮਰੂਗਾ, ਫਿਰ ਬਿਮਾਰੀਆਂ ਚੰਬੜਨਗੀਆਂ। ਇਹ ਚੰਬੜਦੀਆਂ ਹੀ ਰਹਿਣੀਆਂ ਸਰੀਰ ਦੀਆਂ ਬਿਮਾਰੀਆਂ, ਕੋਈ ਵਾਸਤਵਿਕ ਨਹੀਂ ਹਨ ਵੀ ਇੱਕ ਵਾਰ ਹੋਈਆਂ ਦੁਬਾਰਾ ਨਹੀਂ ਹੋਣਗੀਆਂ, ਤੇ ਹੁੰਦੀਆਂ ਰਹਿਣੀਆਂ। ਸਰੀਰ ਨੇ ਫਿਰ ਮਰਨਾ ਵੀ। ਅਸਲੀ ਬਿਮਾਰੀ ਹੈ ਹਉ, ਹਉ ਮਿਟ ਗਈ ਤੇ ਸਾਰੀਆਂ ਬਿਮਾਰੀਆਂ ਹੀ ਮਿਟ ਗਈਆਂ। ਅਸਲੀ ਜੀਵਨ ਦਾਨ ਹੈ, ਅਸਲੀ ਸੇਵਾ ਹੈ ਪਰਮਾਤਮਾ ਦੇ ਮਾਰਗ ਤੇ ਚੱਲਣਾ। ਕੋਈ ਇੱਕ ਨੂੰ ਹੀ ਆਪਣੀ ਉਂਗਲ ਫੜ ਕੇ ਚਲਾ ਦੇਵੇ, ਕਿਸੇ ਪ੍ਰੇਮੀ ਨੂੰ ਆਪਣੇ ਨਾਲ ਲਾਵੇ ਸਤ ਸੰਗਤ ਦੇ ਵਿੱਚ, ਤੇ ਆਪਾਂ ਨੂੰ ਖਿਆਲ ਵਿੱਚ ਨਹੀਂ ਹੈ ਵੀ ਇਹ ਖਾਸ ਬਹੁਤ ਮਹਾਨ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਤੋਂ ਜਾਤਾ ਮੁਕਤ ਕੋ ਸੰਤ ਜ ਪਾਵੇ। ਨਾਮ ਪਰਮਾਤਮਾ ਦਾ ਚਿੰਤਨ ਜਿਹੜਾ ਅਸਲੀ ਮਨੋਰਥ, ਜਿਹੜਾ ਪਰਮਾਰਥ ਦੇ ਮਾਰਗ ਤੇ ਚੱਲ ਗਿਆ, ਜਿਹਨੇ ਬਿਮਾਰੀਆਂ ਨੂੰ ਛੁਟਕਾਰਾ ਪਾਉਣਾ ਸ਼ੁਰੂ ਕਰ ਦਿੱਤਾ, ਸਾਰੀਆਂ ਬਿਮਾਰੀਆਂ ਡਿੱਗ ਪਈਆਂ ਜਿਹਦੀ, ਤਾਂ ਅਸਲੀ ਜੀਵਨ ਦਾਨ। ਤੇ ਬਾਹਰੀ ਆਦਮੀ ਜਿਹੜੇ ਭਲੇ ਦੇ ਵੀ ਕੰਮ ਕਰਦੇ ਹਨ, ਉਹ ਵੀ ਹੰਕਾਰ ਕਰਕੇ, ਉਹ ਵੀ ਕਹਿਣਗੇ ਵੀ ਇੰਨੇ ਲੱਖ ਨੂੰ ਅੰਮ੍ਰਿਤ ਛਕਾਇਆ। ਇਹ ਵੀ ਕੋਈ ਘੋਸ਼ਣਾ ਵਾਲੀ ਗੱਲ? ਉਹ ਤੁਸੀਂ ਪਰਮਾਰਥ ਦੇ ਮਾਰਗ ਤੇ ਕਿਸੇ ਨੂੰ ਲਾ ਰਹੇ ਜੇ, ਤਾਂ ਉਹ ਵੀ ਉਹ ਘੋਸ਼ਣਾ ਕਰਦੇ ਇੰਨੇ ਲੱਖ ਨੂੰ ਅੰਮ੍ਰਿਤ ਛਕਾਇਆ। ਭਾਵੇਂ ਕਰੋੜਾਂ ਨੂੰ ਹੀ ਸਿਖਾ ਦੋ, ਛਕਾਉਣ ਦੀ ਇੱਥੇ ਕੋਈ ਗੱਲ? ਕਈ ਪੈਸੇ ਦੇ ਕੇ ਵੀ ਛਕਾ ਦਿੰਦੇ। ਕੋਈ ਅੰਮ੍ਰਿਤ ਛਕਾਉਣ ਦੇ ਨਾਲ ਉਪਲਬਧੀ ਤੇ ਨਹੀਂ ਹੋ ਜਾਂਦੀ, ਤੇ ਇਹਦੇ 'ਚ ਘੋਸ਼ਣਾ ਵਾਲੀ ਕਿਹੜੀ ਗੱਲ ਹੈ? ਨਹੀਂ,
कोई भी घोषणा नहीं हुंदी। भले मार्ग दे विच ते कोई भी दावा नहीं हुंदा। जो दावा करता है वो तो व्यर्थ। दावे दाजन होत है, निर्दावे रहे निसंग। चौदन निर्दावे रहे गने इंद्र सोरंग। निर्दावे रहिंदे हो, बिल्कुल दावा करदे ही नहीं हन भी किसी नूं परमात्मा दे मार्ग ते लाया चिंद नहीं। सानू रस आया, ਜਿਹੜੇ शांत हो गए ना, वो कहते सानू रस आया, आनंद आया। वो रस नूं आनंद नूं असीं वंडिया। जिन्हें लै लिया सो लै लिया, जिहड़ा चुक गया सो चुक गया। साडा तो उत्थे कोई है नहीं। जिवें नदी है, नदी कोई दावा नहीं करती मैं इन्हां नूं पानी पियाया। झरना कोई दावा नहीं करता मैं इन्हां नूं पानी पियाया। कोई पी गया ना पी गया ना पी गया। इदां झरने वांगू जिहड़े वह रहे हन, जिन्हां दे अंदरों झरना फुटिया होया, कोई पीजे ना पीजे ना पीजे, उन्हां दा अपना दावा कोई भी नहीं। वो तो परमात्मा दा झरना चल रहा है। वो तो उन्हां दे थ्रू चल रहा परमात्मा। कोई पी गया ना पी गया ना। कहते आपस को जो भला कहावे तिसे भलाई निकट ना आवे। जिहड़ा भला कहाउंदा अपने आप नूं, ओहदे भलाई बिल्कुल लागे भी नहीं आ सकदी। जिहड़ा भले कहाउण वास्ते कुछ कर रहा, ओहदे भलाई नहीं निकट आ सकदी। दुनिया वाल देख के भला करदा भी लोग मैनूं चंगा कहण, भला कहण, गुरमुख कहण, इहदा करके कुछ हो रहा, फिर नहीं, फिर लाभ नहीं, फिर ते हानि होगी। ते चंगा कर्म करके भी हानि कर लैंदा आदमी। चंगे शुभ कर्म करके भी अपने नुकसान करता है, फायदा नहीं होता। ते सारियां नूं शुभ कर्म केड़ा है? सर्ब की रेन जाका मन होए, कहो नानक ताकी निर्मल सोए। हुण इत्थे ख्याल विच इह भी रखना है कि सारियां दी रेण दा भाव इह हुंदा भी लोकां कोलों अपनी उपमा ना करो। जे उपमा घट होगी तां ही अपना मन दा हंकार मड़ूगा। जिन्नी ज्यादा उपमा होई, आपां भले दे कर्म करदे तो उपमा हो रही है ते अपना तो नुकसान हो रहा, फायदा तो नहीं हो रहा। भले दा कर्म आपां नूं प्रगट ही ना करे भले वास्ते, फिर अपना फायदा। ਇਹਦਾ नहीं भी रेन का भाव ये नहीं। रेन का भाव है भी आप इन्ने विनम्र हो जाइए भी ख्याल ही ना आवे भले आखवाउण दा भी मैं कुछ हाँ, मैं कुछ महान, मैं कुछ भला कर्म करने वाला, मैं लोगों की भलाई करने वाला, मैं सिख हाँ, मैं गुरमुख हाँ, मेरे वर्गा कोई नहीं। ऐसा ख्याल भी ना हो। विनम्रता, गरीबी, किसी ना ईर्खा भी ना हो भी आ वेखो आ ज्ञानी मनुख। बहुते तो ईर्खा कर लग जाते ना धार्मिक लोग, दूसरे वाल वेख के कहणगे आ वेखो आ मोना घोना जा तुरया फिरदा, ये जाणगे नरकां नूं सारे। नहीं, वो ईर्खा भी नहीं करता, उहदे मन च दया आउंदी। जे कोई पाप कर्म करदा तां भी दया आउंदी, ईर्खा नहीं आउंदी। वो भले वास्ते लगा ही रहिंदा ते भला खवाउंदा नहीं है, जणाउंदा नहीं अपने आप, सिर्फ छुपिया होया सहज अवस्था दे विच विचरदा। आस्ते आस्ते उहदे अंदर टका बनदा जांदा। हंकार जिवें जिवें आदमी दा घटूगा तिवें तिवें सहज अवस्था आउणी, तिवें तिवें टका आउणा, शांति। हंकार दा जाना ही शांत होना है। जिन्ना ज्यादा हंकार उन्नी अशांति। आपां इन्ना ख्याल करिए, अपना ख्याल ये हुंदा ना भी बहुत वड्डे पद ते कोई कुर्सी ते पहुंच गया जां बहुत ज्यादा धन प्रभुता हो जावे किसी दी ते सुख सुख नहीं मिलता। हंकार ज्यादा होवे तो सुख मिल ही नहीं सकदा। हंकारी आदमी नूं कदे भी सुख नहीं मिल सकदा। इन्ना ख्याल करियो, भावें आपां नूं किन्ना भी सुख सुविधा दे विच रहिंदा होया दिखाई दे रहा होवे, पर नहीं मिल सकदा। जिन्ना जिन्ना हंकार छुटदा, जिवें कोई कभी भी बीमार आदमी नूं सुख मिलदा, जिन्नी ज्यादा बीमारी होवे उन्ना आदमी ने औखे होना, सुख किथे मिलदा। हुण कैंसर दा रोग आ आदमी नूं, ज्यादा ही रोग आ ते आपां की कहांगे
कि सुखी हो। जिन्ना ज्यादा बीमारी है उन्ना ज्यादा औखा। हंकार बीमारी है, हौमे दीर्घ रोग। जिन्ना हौमे है उन्ना ही आदमी दुखी हुंदा, सुखी नहीं हुंदा। जिन्नी बीमारी घट, जिन्ना हंकार घट, उन्ना ही शांत सुखी सहज हुंदा जांदा। ते बीमारी ये घटदी है सर्ब कीरेन जाका मन होए, कहो नानक ताकि निर्मल सोए। ओहो मैल तू रहत हुंदा जांदा। हंकार ही मैल है, ओहो ही शोभा युक्त है, ओहो ही सुभाएमान है। जिहड़ा अपने आप नूं छड्डदा, मैं नूं छड्डदा, ओहो ही परमात्मा वालों जांदा। मैं ही रुकावट है, हौं ही रुकावट है। हौं नूं छड्डना ते जिहड़े कर्म द्वारा अपनी हौं जावे, शांति आवे, ओहो कर्म करने उपयोगी हैं। वो आपां निर्णय करना भी किहड़े कर्म आपां नूं उपयोगी। इन्नी आपां नूं बुद्धि चाहीदी है, इन्नी समझ चाहिए। जे कर करके दसिया जावे भी आ फलाना कर्म करो, फलाना ना करो, फिर बुद्धि का विकास नहीं हुंदा। इसे करके मैं दसदा नहीं हुंदा किसी नूं भी आ कर्म करो, किसी नूं नहीं दसदा भी ऐं करो, इन्ने बजे उठो, इन्ने बजे ना उठो, इन्ने बजे नाओ, कदे भी नहीं दसिया किसी। तुसीं आप समझो, विचारवान विवेकवान बुद्धिशील व्यक्ति आदमी आप सोचे कि मैनूं ठीक है कि गलत। इत्थे विवेक विचार गहन हो रहा है। ये तो बेसमझां नूं दस्सिया जांदा है, छोटे छोटे बच्चियां नूं दस्सिया जांदा भी आ काम करना नहीं। इत्थे थोड़ी अगे दी गल है, इत्थे विवेक दी विचार दी। जिहड़े गुरमुख प्यारे विवेकशील है वो आपे ही देख लैणगे की करन योग की नहीं करन योग। समझाउण दी लोड़ नहीं है, समझाउण दी लोड़ ते बेसमझां नूं हुंदी। समझदार ते आपे ही समझदे हन कि किहड़ा कर्म करके मेरा विकास हो रहा, ते जिहड़ा कर्म करके उहदा विकास दा भाव होंद घट रही है, शांति आ रही, टिका आ रही, सहज अवस्था वल जा रहा, ओहो ही कर्म करने उपयोगी। दूसरे कर्मां दा त्याग करते जाओ, करते जाओ, करते, फिर जिहड़े उपयोगी कर्म वो भी छुट जाने हैं। कर्म मात्र ही छुट जाने लास्ट दे विच, क्योंकि करता ही छुट जाना है। कर्म ते करते करके होने, जिवें जिवें कोले गए तिवें तिवें छुटदा जाना सारा कुछ। सर्ब की रेन जाका मन होए, कहो नानक ताकि निर्मल सोए।